ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਆਪਣੇ ਗੁਰਾਂ ਤੋਂ ਜੀ ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਹੋ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ ਬਲਿਹਾਰੀ ਗੁਰ ਆਪਣੇ ਦਿਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੈਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰ ਬਿਨ ਮੁਕਤ ਨ ਪਾਵੈ ਭਾਈ ਰੇ ਗੁਰ ਬਿਨ ਗਿਆਨ ਨ ਕੋਇ ਪੁੱਛੋ ਬਰਮੇ ਨਾਰਦੈ ਵੇਦ ਵਿਆਸੈ ਕੋਇ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਚੜ੍ਹਿਆ ਜੀ ਅੱਜ ਸੱਚ ਦਾ ਚੰਦਰਮਾ ਚੜ੍ਹਿਆ ਜੀ ਅੱਜ ਸੱਚ ਦਾ ਚੰਦਰਮਾ ਹੋ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਹੋ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜ੍ਹਿਆ ਜੀ ਅੱਜ ਸੱਚ ਦਾ ਚੰਦਰਮਾ ਚੜ੍ਹਿਆ ਜੀ ਅੱਜ ਸੱਚ ਦਾ ਚੰਦਰਮਾ ਹੋ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਹੋ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ
ਸੱਚ ਦਾ ਚੰਦਰਮਾ ਸੱਚ ਦਾ ਚੰਦਰ ਸੱਚ ਦਾ ਚੰਦਰਮਾ ਸੱਚ ਦਾ ਚੰਦਰਮਾ ਸੱਚ ਦਾ ਸੱਚ ਦਾ ਚੰਦਰਮਾ ਸੱਚ ਦਾ ਸੱਚ ਦਾ ਚੰਦਰਮਾ ਸੱਚ ਦਾ ਚੰਦਰਮਾ ਸੱਚ ਦਾ ਅੱਜ ਸੱਚ ਦਾ ਚੰਦਰ ਸੱਚ ਦਾ ਚੰਦਰਮਾ ਉਹ ਸੱਚ ਦਾ ਚੰਦਰਮਾ ਸੱਚ ਦਾ ਚੰਦਰਮਾ ਸੱਚ ਦਾ ਸੱਚ ਦਾ ਸੱਚ ਦਾ ਸੱਚ ਦਾ ਚੜਿਆ ਜੀ ਅੱਜ ਸੱਚ ਦਾ ਸੱਚ ਦਾ ਚੰਦਰਮਾ ਚੜਿਆ ਜੀ ਅੱਜ ਸੱਚ ਦਾ ਚੰਦਰਮਾ ਚੜਿਆ ਜੀ ਅੱਜ ਸੱਚ ਦਾ ਚੜਿਆ ਜੀ ਅੱਜ ਸੱਚ ਦਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾ ਬਿਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ ਸੱਚ ਦਾ ਚੰਦਰਮਾ ਸੱਚ ਦਾ ਪ੍ਰਕਾਸ਼ ਸੂਰਜ ਚੜ੍ਹਦਾ ਹੈ ਤਮਾਮ ਦੁਨੀਆ ਦਾ ਅੰਧਕਾਰ ਦੂਰ ਕਰਦਾ ਹੈ अंधेरा दूर करता है इस तरह गुरु का शब्द गुरु की बाणी गुरु का प्रकाश साडे अंतःकरण नूं शुद्ध और पवित्र करता है निर्मल करता है जो साडे अंदर भुल पई हुई है पड़दा पिया होया अज्ञानता दा जिस करके हर नूं परमात्मा दीदा नहीं है सारियां दे नाल ਆਪਾਂ ਸਾਰੇ ਪ੍ਰਮਾਤਮਾ ਦੀ ਅੰਸ਼ ਵੰਸਾਂ ਉਹਦੇ ਸਹਿਜਾਦੇ ਆ ਅਕਾਲ ਪੁਰਖ ਦੇ ਪਰ ਉਹਦੇ ਪੁੱਤਰ ਸਹਿਜਾਦੇ ਹੁੰਦਿਆਂ ਸਾਨੂੰ ਆਪਣੇ ਮਾਲਕ ਦਾ ਪਿਤਾ ਦਾ ਦਰਸ਼ਨ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਕਿਉਂਕਿ ਸਾਡੇ ਹਿਰਦੇ 'ਚ ਮੈਲ ਹੀ ਇਤਨੀ ਪੈ ਗਈ ਕੰਨਾਂ ਰਾਹੀਂ ਰਸਨਾ ਰਾਹੀਂ ਜ਼ੁਬਾਨ ਰਾਹੀਂ ਗੰਦੀ ਸੋਚ ਕੇ ਸਾਡਾ ਹਿਰਦਾ ਗੰਦਮੰਦ ਨਾਲ ਭਰਿਆ ਪਿਆ ਪਰਦਾ ਪੈ ਗਿਆ ਅਗਿਆਨਤਾ ਦਾ ਭੁੱਲ ਪੈ ਗਈ ਵੀ ਪਤਾ ਨਹੀਂ ਰੱਬ ਕਿੰਨੀ ਕੁ ਦੂਰ ਆ ਹੈ ਹਜੂਰ ਕਤ ਦੂਰ ਬਤਾਵੋ ਕਿਉਂ ਦੂਰ ਦੱਸਦਾ ਹੈ ਦੁੰਦਰ ਬੰਦੋ ਸੁੰਦਰ ਪਾਵੋ ਤੋ ਦਵੈਦ ਪੰਧ ਨੂੰ ਦੂਰ ਕਰ ਹਿਰਦਾ ਸ਼ੁੱਧ ਕਰ ਰੱਬ ਤਾਂ ਇਉਂ ਦਿਸੂਗਾ ਜਿਵੇਂ ਰੱਬ ਹੱਥ ਤੇ ਪਿਆ ਔਲਾ ਦੀਦਾ ਹੱਥ ਤੇ ਪਿਆ ਔਲਾ ਦੀਦਾ ਇਉਂ ਰੱਬ ਦਿਸੇਗਾ परमेश्वर तैतों दूर नहीं परमेश्वर तैतों दूर नहीं ਇਹਦੇ 'ਚ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਉਹ ਅੱਖ ਕਿਵੇਂ ਬਣਦੀ ਹੈ ਉਹਨਾਂ ਪੁਰਖਿਆਂ ਨੂੰ ਪੁੱਛੋ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਮਿਹਨਤਾਂ ਕੀਤੀਆਂ ਆਪਣੇ ਨੇੜੇ ਹੈ ਜਗਰਾਵਾਂ ਨਾਨਕਸਰ ਬਾਬਾ ਜੀ ਨੇ ਤਪ ਕੀਤਾ ਖੂਹ ਦੀ ਮੌਣ ਤੇ ਬਹਿ ਕੇ ਕਈਆਂ ਨੇ ਕਹਿਣਾ ਬਾਬਾ ਜੀ ਸਾਈਡ ਤੇ ਬਹਿ ਕੇ ਭਜਨ ਕਰ ਲਓ ਖੂਹ ਤੇ ਬੈਠੇ ਰਹਿੰਦੇ ਹੋ ਪਿਤਾ ਜੀ ਨੇ ਕਹਿਣਾ ਬਾਬਾ ਜੀ ਦੇ ਪਿਤਾ ਜੀ ਨੇ ਉਹ ਕਹਿੰਦੇ ਜੇ ਰੱਬ ਦਾ ਗੁਰੂ ਨਾਨਕ ਦਾ ਦਰਸ਼ਨ ਨਾ ਹੋਇਆ ਇਦੋਂ ਤਾਂ ਮਰ ਜਾਣਾ ਹੀ ਠੀਕ ਹੈ ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛਾ ਜੀਵਨ ਜਦੋਂ ਜਦੋਂ ਸੰਸਾਰ ਤੇ ਭੀੜ ਪੈਂਦੀ
ਤਦੋਂ ਤਦੋਂ ਤੋਂ ਬਣ ਅਵਤਾਰ ਆਏ, ਪਿਆਰੇ ਭਗਤਾਂ ਦੇ ਕਸ਼ਟ ਨਿਵਾਰਨੇ ਨੂੰ ਓੜ ਕੰਬਲੀ ਕ੍ਰਿਸ਼ਨ ਮਰਾਰ ਆਏ। ਜਦੋਂ ਜੰਗ ਦੇ ਯੁੱਧ ਦਾ ਵਕਤ ਆਇਆ, ਪਕੜ ਖੰਡਾ ਕਲਗੀਧਰ ਆਏ। ਰਾਮਚੰਦਰ ਸੁਆਮੀ ਪ੍ਰੇਮ ਬਸ ਹੋ ਕੇ ਜਾ ਕੇ ਰਾਵਣ ਨੂੰ ਮਾਰ ਮੁਕਾਰ ਆਏ। ਰਾਵਣ ਦਾ ਅੰਤ ਕੀਤਾ ਰਾਮਚੰਦਰ ਜੀ ਨੇ। ਜੈਸਾ ਸਮਾਂ ਉਸੇ ਅਵਤਾਰ ਸੰਸਾਰ ਤੇ ਆਉਂਦਾ, ਜਬ ਜਬ ਆਏ ਧਰਮ ਗਲਾਨੀ, ਤਬ ਤਰੇ ਆਏ ਅਵਤਾਰ ਮਹਾਨੀ। ਜਦੋਂ ਜੰਗ ਤੇ ਯੁੱਧ ਦਾ ਵਕਤ ਆਇਆ, ਜਦੋਂ ਦੁਖੀ ਕੀਤੇ ਹਿੰਦੂ ਜ਼ਾਲਮਾਂ ਨੇ, ਤੋ ਧਾਰ ਕੇ ਅਵਤਾਰ ਗੁਰੂ ਨਾਨਕ ਅਵਤਾਰ ਆਏ। ਮੇਰੇ ਗੁਰੂ ਨਾਨਕ ਪਿਤਾ ਜੀ ਆਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ। ਜਬ ਜਬ ਆਏ ਧਰਮ ਗਲਾਨੀ, ਤਬ ਤਰੇ ਆਏ ਅਵਤਾਰ ਮਹਾਨੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਤਰਾਖੰਡ ਦੇ ਰਾਜਾ ਸਨ। ਬਹੁਤ ਜਪ ਤਪ ਸੀ, ਬੜੀ ਕਮਾਈ ਸੀ। ਮਾਤਾ ਗੁਜਰ ਕੌਰ ਜੀ ਸਤਿਆਵਤੀ, ਬੜੀਆਂ ਕਮਾਈਆਂ ਵਾਲੇ। ਮਾਤਾ ਗੁਜਰ ਕੌਰ ਜੀ ਨੇ ਬੜਾ ਤਪ ਕੀਤਾ, ਬਹੁਤ ਬੰਦਗੀ ਕੀਤੀ, ਕਿਉਂਕਿ ਜਿਹੜੀਆਂ ਰੱਬੀ ਰੂਹਾਂ ਇਦਾਂ ਨਹੀਂ ਆਉਂਦੀਆਂ। ਜਦੋਂ ਰੱਬੀ ਰੂਹਾਂ ਨੇ ਆਉਣਾ ਹੋਵੇ ਨਾ, ਕਿਸੇ ਤਾਕਤ ਨੇ ਸੰਸਾਰ ਤੇ, ਬਹੁਤ ਲੰਮਾ ਸਮਾਂ ਡੀਕਣਾ ਪੈ ਜਾਂਦਾ ਇਹਨਾਂ ਰੂਹਾਂ ਨੂੰ, ਬਹੁਤ ਲੰਮਾ ਸਮਾਂ। ਕਿਉਂ ਡੀਕਦੀਆਂ ਨੇ ਰੂਹਾਂ? ਕਿਉਂਕਿ ਉਹ ਡੀਕਦੀਆਂ ਨੇ ਕਿਹੜੀ ਬੰਦਗੀ ਵਾਲੀ ਰੂਹ ਹੈ ਜਿੱਥੇ ਅਸੀਂ ਜਾਣਾ। ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਹਰ ਇੱਕ ਦੇ ਘਰੇ ਰੂਹਾਂ ਨਹੀਂ ਆਉਂਦੀਆਂ, ਨਹੀਂ ਕਿਰਪਾ ਹੁੰਦੀ। ਬਨ ਬਨ ਮੈਂ ਚੰਦਨ ਨਹੀਂ, ਹਰ ਬਨ ਵਿੱਚ ਚੰਦਨ ਨਹੀਂ ਹੁੰਦਾ। ਕਿੰਨੇ ਬਨ ਖੜੇ ਆ। ਅਸੀਂ ਇੱਧਰ ਸਵੀਡਨ ਜਾਂਦੇ ਆ, ਜਰਮਨੀ ਜਾਂਦੇ ਆ, ਅਮਰੀਕਾ ਕੈਨੇਡਾ ਜਾਈਦਾ, ਉੱਥੇ ਸਾਰੀ ਹਰਿਆਵਲੀ ਹੈ, ਬੜਾ ਦਰਖਤ ਹੈ। ਆਪਣਾ ਜਿਹੜਾ ਮਾੜਾ ਮੋਟਾ ਉਹ ਵੀ ਕੱਟੀ ਵੱਡੀ ਜਾ ਰਿਹਾ। ਜੇ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਨਾ, ਕੋਈ ਸਮਾਂ ਆਏਗਾ ਸਾਨੂੰ ਸਾਹ ਲੈਣਾ ਵੀ ਔਖਾ ਹੋ ਜੂ। ਸਾਹ ਲੈਣਾ, ਜਿੱਥੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਹੋ, ਖੰਡੇ ਵੱਡ ਦੀ ਪੌਲ ਛਕੋ, ਗੁਰੂ ਗੁਰੂ ਜਪੋ, ਤੇ ਨਾਲ ਨਾਲ ਘਰਾਂ ਵਿੱਚ ਬਿਰਛ ਵੀ ਲਾਓ, ਹਰਿਆਵਲ ਪੈਦਾ ਕਰੋ। ਹਰਿਆਵਲ ਪੈਦਾ ਕਰਨ ਵਾਲਾ ਕਿਸਾਨ ਤਾਂ ਅੱਜ ਸੜਕਾਂ ਤੇ ਬੈਠਾ। ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਸੜਕਾਂ ਤੇ ਬੈਠਾ, ਅੰਨ ਦਾ ਦਾਤਾ, ਜਿਨੇ ਸਾਨੂੰ ਧਰਤੀ ਚੋਂ ਅੰਨ ਪੈਦਾ ਕਰਕੇ ਸਾਡਾ ਪੇਟ ਪਾਲਣਾ ਸੀ, ਉਹ ਵੀ ਅੱਜ ਹੱਕਾਂ ਲਈ ਬੈਠਾ ਹੈ। ਸਤਿਗੁਰ ਕਿਰਪਾ ਕਰਨ, ਸਾਰੇ ਉਹ ਮੋਰਚਾ ਸੰਘਰਸ਼ ਜੋ ਸੰਘਰਸ਼ ਉਪਜਿਆ ਹੋਇਆ ਉਹ ਜਿੱਤ ਕੇ ਆਉਣ। ਆਪਾਂ ਸਾਰੇ ਵਧਾਈਆਂ ਦੇ ਪਾਤਰ ਹੋਈਏ। ਫਿਰ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਹਰਿਆਵਲ ਦਰਖਤ ਪੈਦਾ ਕਰੋ, ਵੱਧ ਤੋਂ ਵੱਧ ਬਿਰਛ ਲਾਓ, ਫਲਾਂ ਵਾਲੇ ਬਿਰਛ ਲਾ ਲਓ ਘਰਾਂ 'ਚ। ਹਰਿਆਵਲ ਚਾਹੀਦੀ ਤਾਂ ਕਿ ਸਾਹ ਸਾਨੂੰ ਸੌਖਾ ਆਵੇ। ਇਹ ਜਿਹੜਾ ਬਿਰਛ ਹੈ ਨਾ, ਆਪਣੇ ਆਪ ਤੇ ਗਰਮੀ ਝੱਲਦਾ, ਆਪਣੇ ਆਪ ਤੇ ਸਰਦੀ ਝੱਲਦਾ ਹੈ, ਆਏ ਰਾਈ ਨੂੰ ਨਿੱਘ ਦਿੰਦਾ, ਗੰਦੀ ਹਵਾ ਨੂੰ ਸਮੇਟ ਕੇ ਸਾਨੂੰ ਸ਼ੁੱਧ ਆਕਸੀਜਨ ਦਿੰਦਾ, ਕਾਰਬਨ ਡਾਈਆਕਸਾਈਡ ਆਪਣੇ ਅੰਦਰ ਲੈਂਦਾ ਤੇ ਆਕਸੀਜਨ ਛੋੜਦਾ। ਉਹ ਸਾਡੇ ਹਿਰਦੇ ਸਾਹ ਰਾਹੀਂ ਜਾਂਦੀ ਹੈ, ਸਾਡਾ ਫਿਲਟਰ ਸਾਫ਼ ਹੁੰਦਾ। ਹਰ ਬਣ ਵਿੱਚ ਚੰਦਨ ਨਹੀਂ ਹੁੰਦਾ। ਕਿੰਨੇ ਵੱਡੇ ਵੱਡੇ ਬਾਣਾ ਵੇਖਣ ਨੂੰ, ਬਿੰਦਰਾਵਨ, ਮਥੁਰਾ ਚਲੇ ਜਾਓ, ਬਹੁਤ ਬੜੇ ਬੜੇ ਬਣ ਹਨ। ਬਨ ਬਨ ਮੈਂ ਚੰਦਨ ਨਹੀਂ, ਸੰਤ ਨਾ ਪੁਰ ਪੁਰ ਮਾਹੇ, ਰੱਬੀ ਰੂਹ ਮਹਾਤਮਾ ਗੁਰੂ ਜਨ ਲੋਕ ਹਰ ਜਗ੍ਹਾ ਨਹੀਂ ਹੁੰਦੇ, ਨਹੀਂ ਹੋਣਗੇ। ਇਸੇ ਤਰ੍ਹਾਂ ਜਦੋਂ ਧਰਮ ਤੇ ਕੋਈ ਸੰਕਟ ਬਣਦਾ ਹੈ, ਧਰਤੀ ਤੇ ਭਾਰ ਬਣਦਾ ਹੈ, ਜਬ ਜਬ ਆਏ ਧਰਮ ਗਲਾਨੀ, ਤਬ ਤਰੇ ਆਏ ਅਵਤਾਰ ਮਹਾਨੀ। ਫਿਰ ਸਤਿਗੁਰੂ ਰੱਬੀ ਰੂਹਾਂ ਭੇਜਦੇ ਆ। ਉਹ ਵੀ ਰੂਹਾਂ ਉੱਥੇ ਆਉਣਗੀਆਂ ਜਿੱਥੇ ਬੰਦਗੀ ਵਾਲੀ ਗੱਲ ਹੋਵੇਗੀ। ਮਾਤਾ ਗੁਜਰ ਕੌਰ ਜੀ ਦਾ ਤਪ ਵੇਖ ਕੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਅਕਾਲ ਪੁਰਖ ਵੱਲੋਂ ਹੁਕਮ ਹੋਇਆ। ਤਕਰੀਬਨ 34-35 ਸਾਲ ਹੋ ਗਏ ਸਨ ਗੁਰੂ ਜੀ ਦੇ ਵਿਵਾਹ ਨੂੰ, 9ਵੇਂ ਪਾਤਸ਼ਾਹ। ਹਜੇ ਪੁੱਤਰ ਨਹੀਂ ਸੀ ਆਇਆ। ਇੰਨਾ ਲੰਮਾ ਸਮਾਂ ਕਲਗੀਧਰ ਮਹਾਰਾਜ ਨੂੰ ਡੀਕਣਾ ਪਿਆ।
ਜਪਤਾ ਵੇਖ ਕੇ, ਬੰਦਗੀ ਵੇਖ ਕੇ, ਘਰ ਦਾ ਪ੍ਰਤਾਪ ਵੇਖ ਕੇ, ਧਰਤੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਹੁਕਮ ਕੀਤਾ, ਜਾਓ ਦੁਸ਼ਟ ਦਮਨ ਜੀ, ਮਾਤ ਲੋਕ ਦੀ ਧਰਤੀ ਨੂੰ ਭਾਗ ਲਗਾਓ, ਹੁਣ ਤੁਹਾਡੀ ਲੋੜ ਹੈ ਸੰਸਾਰ ਨੂੰ। ਬੜਾ ਜ਼ੁਲਮ ਵਧਿਆ ਹੋਇਆ, ਬੜਾ ਧੱਕਾ ਹੋ ਰਿਹਾ ਪ੍ਰਜਾ ਨਾਲ, ਆਪ ਦੀਆਂ ਸ਼ਕਤੀਆਂ ਦੀ ਲੋੜ ਹੈ, ਜਾਓ ਅਵਤਾਰ ਧਾਰਨ ਕਰੋ, ਪ੍ਰਕਾਸ਼ ਲਓ। ਤੇ ਕਲਗੀਧਰ ਮਹਾਰਾਜ ਜੀ ਦੁਸ਼ਟ ਦਮਨ ਦੇ ਰੂਪ ਵਿੱਚ ਇਤਨੇ ਆਨੰਦ ਵਿੱਚ ਬੈਠੇ ਸਨ, ਸਮਾਧੀ ਵਿੱਚ ਇੱਕ ਮਿਕ ਬਿਰਤੀ ਹੋਈ ਸੀ। ਮਹਾਰਾਜ ਜੀ ਕਹਿੰਦੇ, ਚਿੱਤ ਨਾ ਭਇਓ ਹਮਰੋ ਆਵਨ ਕਹਿ, ਮੇਰਾ ਜੀ ਨਹੀਂ ਸੀ ਕਰਦਾ ਸੰਸਾਰ ਤੇ ਆਉਣ ਨੂੰ, ਨਹੀਂ ਚਿੱਤ ਕਰਦਾ ਸੀ। ਚਿੱਤ ਨਾ ਭਇਓ ਹਮਰੋ ਆਵਨ ਕਹਿ, ਕਿਉਂਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ, ਮੇਰੀ ਸੁਰਤ ਇਤਨੀ ਗਹਿਰੀ ਲੱਗੀ ਹੋਈ ਸੀ ਪ੍ਰਭੂ ਦੇ ਚਰਨਾਂ ਵਿੱਚ, ਜਿਸ ਸਮਾਧੀ ਦੀ ਬਾਬਤ ਮਹਾਰਾਜ ਜੀ ਕਹਿੰਦੇ ਆ, ਉਹ ਦਿਨ ਤਾਂ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਬਈ ਰੱਬ ਦੇ ਪਿਆਰਿਆਂ, ਰਾਤ ਦੀ ਸਮਾਧੀ ਰੱਬ ਦੇ ਪਿਆਰਿਆਂ ਦੀ, ਦਿਨ ਤਾਂ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ। ਬੋਲੋ ਭਾਈ, ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਉਹ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ, ਰਾਤ ਦੀ ਸਮਾਧੀ ਲੱਗੀ ਰਹਿੰਦੀ ਐ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ, ਉਹ ਦਿਨ ਤਾਂ ਰਾਤ ਦੀ ਸਮਾਧੀ ਲੱਗੀ, ਉਹ ਸਮਾਧੀ ਜੁੜੀ ਰਹਿੰਦੀ ਹੈ ਰੱਬ ਦੇ ਪਿਆਰਿਆਂ, ਰਾਤ ਦੀ ਸਮਾਧੀ ਲੱਗੀ ਰੱਬ ਦੇ ਪਿਆਰਿਆਂ ਦੀ, ਉਹ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ। ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ, ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਐ ਰੱਬ ਦੇ ਪਿਆਰਿਆਂ ਦੀ, ਦੱਦਾ ਆਖੇ ਦੂਰ ਵੜੀ ਮੰਜ਼ਿਲ ਫਕੀਰ ਦੀਏ, ਲੋਕਾਂ ਨੂੰ ਕੀ ਪਤਾ ਜਿੱਥੇ ਫਕਰ ਵਿਰਾਜਦੇ, ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਸੁਣ ਜੋ ਸਮਾਧ ਲੱਗੀ ਨਾਲ ਪਰਮਾਤਮਾ ਦੇ, ਦੁਨੀਆ ਕੀ ਜਾਣੇ ਬਈ ਉਹ ਸੁੱਤੇ ਐ ਕੇ ਜਾਗਦੇ, ਹੱਥ ਤਸਵੀ ਨਾ ਮਾਲਾ ਵੇਖ ਭਗਵਾਨਾ ਕਾਲਾ ਕੋਈ, ਸੁਨਤ ਸਰੀਅਤ ਕੋਈ ਕੰਮ ਨਾ ਨਿਵਾਜਦੇ, ਲੋਕ ਵੇਗਿਆਤ ਮੁੱਲ ਪਾਵਦੇ ਪਖੰਡੀਆਂ ਦਾ, ਛੋਡੀ ਲੈ ਪਖੰਡਾ ਨਾਮ ਲਈਐ ਜਾਏ ਤਰੰਦਾ, ਲੋਕ ਵੇਗਿਆਤ ਮੁੱਲ ਪਾਵਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ,
ਕਰਨੀ ਫਕੀਰੀ ਕਿਆ ਦਲਗੀਰੀ, ਸਦਾ ਭਜਨ ਵਿੱਚ ਰਹਿਣਾ। ਸਭਨਾਂ ਨੂੰ ਉਹ ਚੰਗੀਆਂ ਕਹਿੰਦੇ, ਮੰਦਿਆਂ ਕਿਸੇ ਨਾ ਕਹਿਣਾ। ਦਰ ਦਰ ਮੰਗੀ ਭਿਖਿਆ ਮੰਗਣੀ, ਬੋਲ ਕਬੋਲ ਵੀ ਸਹਿਣਾ। ਸੰਤਰੇਣ ਇਹ ਚਾਲ ਫਕਰ ਦੀ, ਸੰਤਰੇਣ ਇਹ ਚਾਲ ਫਕਰ ਦੀ, ਵਿਰਲਿਆਗੀ ਮਰ ਜਾਣਾ। ਮਰਨਾ ਪੈਂਦਾ ਫੇਰ ਫਕੀਰੀ ਮਿਲਦੀ ਆ। ਉਹ ਜਿਹੜੀ ਸਮਾਧੀ ਆ, ਸਹਿਜ ਸਮਾਧ ਲੱਗੀ ਸੋ ਭੀਤਰ ਸੋ ਰਸ ਸੋਈ ਜਾਣਾ। ਉਸ ਰਸ ਨੂੰ ਤਾਂ ਉਹੀ ਜਾਣੇ ਜਿਨ੍ਹਾਂ ਨੂੰ ਰਸ ਮਾਣਿਆ, ਦੂਜਿਆਂ ਨੂੰ ਥੋੜੀ ਪਤਾ ਹੈ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ, ਚਿਤਨਾ ਭਇਓ ਹਮਰੋ ਆਵਨ ਕੈ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਬੜੇ ਅਵਤਾਰ ਹੋਏ ਸੰਸਾਰ ਤੇ, 1,24,000 ਪੈਗੰਬਰ ਹੋਏ, 9 ਨਾਥ 84 ਸਿੱਧ 6 ਜਤੀ 24 ਅਵਤਾਰ, ਆਲਮ ਫਾਜ਼ਲ ਗੌਤ ਕੁਤੁਬ ਸਲਾਰ ਮੀਰ ਫਕੀਰ, ਬੜੇ ਰਹਿਬਰ ਆਏ, ਬੜੀਆਂ ਤਾਕਤਾਂ ਆਈਆਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ 10ਵੇਂ ਪਾਤਸ਼ਾਹ ਬੇਅੰਤ ਸ਼ਕਤੀਆਂ ਲੈ ਕੇ ਆਏ ਸਨ। 16 ਕਲਾ ਸੰਪੂਰਨ ਫਲਿਆ, ਅਨੰਤ ਕਲਾਲੇ ਠਾਕਰ ਚੜਿਆ। ਬੇਅੰਤ ਸ਼ਕਤੀਆਂ ਲੈ ਕੇ ਆਏ ਮੇਰੇ ਮਾਲਕ। ਅਬ ਮੈਂ ਆਪਣੀ ਕਥਾ ਵਖਾਨੋ, ਬੜੇ ਰਹਿਬਰ ਆਏ ਪਰ ਕਿਸੇ ਨੇ ਆਪਣੀ ਕਥਾ ਪਹਿਲਾਂ ਨਹੀਂ ਵਰਣਨ ਕੀਤੀ। ਆਉਣ ਤੋਂ ਬਾਅਦ ਹੀ ਉਹਨਾਂ ਦੀ ਲੇਖ ਲਿਖਤ ਲਿਖੀ ਗਏ, ਜੋ ਜੋ ਉਹਨਾਂ ਨੇ ਕਰਤੱਵ ਕੀਤੇ। ਪਰ ਮੇਰੇ ਕਲਗੀਧਰ ਮਹਾਰਾਜ ਕਹਿੰਦੇ, ਮੈਂ ਆਪਣੀ ਕਥਾ ਪਹਿਲਾਂ ਹੀ ਕਹਿ ਰਿਹਾ। ਕੈਸੇ ਅਵਤਾਰ ਹਨ। ਅਬ ਮੈਂ ਆਪਣੀ ਕਥਾ ਵਖਾਨੋ, ਤਪ ਸਾਧਤ ਜੈ ਬਿਦਮ ਹੋਇਆਨੋ। ਪ੍ਰਾਤਨ ਪਿਛਲੇ ਜਨਮਾਂ ਦੀ ਕਥਾ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਜਿੱਥੇ 7 ਚੋਟੀਆਂ ਸਮਾਨ ਨਾਲ ਖਹਿੰਦੀਆਂ। ਅੱਜ ਵੀ ਦਰਸ਼ਨ ਕਰ ਲਓ ਜਾ ਕੇ, ਦੂਰ ਨਹੀਂ ਹੈ ਹੇਮਕੁੰਟ ਸਾਹਿਬ। ਅਸੀਂ ਇੱਥੋਂ ਲੁਧਿਆਣੋਂ ਪੈਦਲ ਗਏ ਸਾਂ, 40 ਦਾ ਜੱਥਾ ਪੈਦਲ। 7 ਚੋਟੀਆਂ ਪਰ ਕਿਸੇ ਕਿਸਮ ਨੂੰ ਦਰਸ਼ਨ ਹੁੰਦੇ 7 ਚੋਟੀਆਂ ਦਾ, ਕਿਉਂਕਿ ਉੱਥੇ ਬਰਫ਼ ਹੀ ਬੜੀ ਪੈਂਦੀ ਹੈ, ਧੁੰਦ ਹੀ ਬੜੀ ਪੈਂਦੀ ਹੈ। ਪਰ ਜਦੋਂ ਅਸੀਂ ਪਹੁੰਚੇ ਸਾਂ, ਸਤਿਗੁਰੂ ਨੇ ਏਡੀ ਵੱਡੀ ਕਿਰਪਾ ਕੀਤੀ, ਜਾਂਦੇ ਮੌਸਮ ਸਾਫ਼ ਹੋ ਗਿਆ, 7 ਚੋਟੀਆਂ ਦਾ ਦਰਸ਼ਨ ਹੋ ਗਿਆ। ਕਹਿ ਦੋ ਸਤਨਾਮ ਵਾਹਿਗੁਰੂ। ਸਪਤ ਸ੍ਰਿੰਗ ਸੋਭਤ ਹੈ ਤਹਾਂ, ਸਪਤ ਸ੍ਰਿੰਗ ਜੈ ਨਾਮ ਕਹਾਵਾ। ਪੰਡ ਰਾਜ ਜੈ ਜੋਗ ਕਵਾਵਾ। ਇੱਥੇ ਪਾਂਡਵਾਂ ਨੇ ਵੀ ਜੋਗ ਕੀਤਾ ਸੀ, ਤਪ ਕੀਤਾ ਸੀ। ਤੈ ਹਮ ਅਦਕ ਤਪਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਇਹ ਵਿਦ ਕਰਤ ਤਪਸਿਆ ਭਇਓ, ਦੁਆਏ ਤੇ ਏਕ ਰੂਪ ਹੋਏ ਗਇਓ। ਤਪ ਨਾਲ ਹੀ ਗੱਲ ਬਣਨੀ ਹੈ। ਤਪ ਤਪਨ ਤੇ ਤਪ ਤੇਜ ਵੱਡਾ, ਸਰਬ ਸੁਖ ਬੈਰਾਗ ਰੋ। ਮੇਰੇ ਸਤਿਗੁਰੂ ਦੀ ਜੋਗੀਆਂ ਚੋਂ ਜੋਗੀ, ਕਵੀਆਂ ਚੋਂ ਕਵੀ, ਘੋੜ ਸਵਾਰ ਤੀਰ ਅੰਦਾਜ਼ੀ, ਰਾਜਾਨ ਰਾਜਾਨ ਪਾਨਾਨ ਪਾਨਾਨ, ਦੇਵਾਨ ਦੇਵ ਉਪਮਾ ਮਹਾਨ। ਰਾਜ ਮੈਂ ਰਾਜਾ ਜੀ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਰਾਜ ਮੈਂ ਰਾਜਾ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਰਾਜ ਮੈਂ ਰਾਜਾ ਜੀ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਰਾਜ ਮੈਂ ਰਾਜਾ ਜੀ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਮੇਰਾ ਰਾਜ ਮੈਂ, ਹਾਂ ਰਾਜ ਮੈਂ ਰਾਜਾ, ਪਿਆਰੇ ਰਾਜ ਮੈਂ ਰਾਜਾ ਜੀ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਰਾਜ ਮੈਂ ਰਾਜਾ, ਜੋਗੀ, ਸਤਿਗੁਰ ਮੇਰਾ। ਰਾਜ ਮੇਰਾ ਰਾਜਾ ਜੀ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਓ ਰਾਜ ਮੇਰਾ ਰਾਜਾ ਜੀ, ਜੋਗ ਮੈਂ ਜੋਗੀ, ਸਤਿਗੁਰ ਮੇਰਾ। ਸਾਰੇ ਬੀਬੇ ਰਾਣੇ
राज में राजा जोग में जोगी, 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 राज में राजा जोग में, राज में राजा जोग में जोगी, 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 राज में राजा जी जोग में जोगी, सतगुरु मेरा राज में राजा जोग में जोगी, सतगुरु मेरा राज में राजा जी जोग में जोगी, सतगुरु मेरा जी, राज में राजा जोग में जोगी, सतगुरु मेरा जी, राज में राजा जी जोग में जोगी, सतगुरु मेरा, राज में राजा जी जोग में जोगी, सतगुरु मेरा। राज में राजा जोग में जोगी, तप मह तपीसर गृष्ट में भोगी, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਮੇਰੇ ਸਤਿਗੁਰੂ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਵੱਲੋਂ ਹੁਕਮ ਹੋਇਆ, ਜਾਓ ਦੁਸ਼ਟ ਦਮਨ ਜੀ ਮਾਤ ਲੋਕ ਦੀ ਧਰਤੀ ਨੂੰ ਭਾਗ ਲਗਾਓ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਕਾਸ਼ ਬਾਣੀ ਹੋਈ ਨੌਵੇਂ ਪਾਤਸ਼ਾਹ ਨੂੰ, ਮੈਂ ਆਪਣਾ ਸੁਤ ਤੋਹੇ ਨਵਾਜਾ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿ ਦੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ, ਮੈਂ ਆਪਣਾ ਪੁੱਤਰ ਹੀ ਤੁਹਾਡੇ ਘਰ ਭੇਜ ਰਿਹਾ। ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਬੋਲੋ ਜੀ ਸਤਨਾਮ। ਸ੍ਰੀ ਵਾਹਿਗੁਰੂ, ਮੈਂ ਆਪਣਾ ਸੁਤ ਤੋਹੇ ਨਵਾਜਾ, ਮੈਂ ਆਪਣਾ ਪੁੱਤਰ ਭੇਜ ਰਿਹਾ। ਜਿਵੇਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚੌਥੀ ਪਾਤਸ਼ਾਹੀ ਬਾਬਾ ਆਦਮ ਜੀ ਜੋ ਸਿੱਧੂ ਘਰਾੜੇ ਨੂੰ ਸੰਪਰਕ ਰੱਖਦੇ ਸਨ, ਸੇਵਾ ਆਰੰਭੀ ਆਈਆਂ ਸੰਗਤਾਂ ਨੂੰ ਧੂਣੀਆਂ ਗਰਮ ਤਪਾ ਕੇ ਚੰਗੀ ਤਰ੍ਹਾਂ ਗਰਮ ਨਿੱਘ ਦੇਣਾ, ਤੇ ਸੰਗਤਾਂ ਨੂੰ ਜਿਹੜੇ ਠਰਦੇ ਸਨ ਬੱਚੇ ਬਜ਼ੁਰਗ ਉਹਨਾਂ ਨੂੰ ਨਿੱਘ ਦੇਣਾ, ਧੂਣੀਆਂ ਤਪਾਉਣੀਆਂ ਤੇ ਲੱਕੜਾਂ ਬਾਹਰੋਂ ਜੰਗਲ ਚੋਂ ਲਿਆ ਕੇ ਇਕੱਠੀਆਂ ਕਰਕੇ ਧੂਣੀਆਂ ਲਾਉਣੀਆਂ। ਇੱਥੇ ਤੱਕ ਵੀ ਇੱਕ ਦਿਨ ਸਮਾਂ ਐਸਾ ਬਣ ਗਿਆ, ਬਰਸਾਤ ਬਹੁਤੀ ਪਈ, 3-4 ਦਿਨ ਲੱਕੜਾਂ ਸਾਰੀਆਂ ਭਿੱਜ ਗਈਆਂ, ਜੰਗਲ ਵੀ ਸੁੱਕੀਆਂ ਲੱਕੜਾਂ ਨਾਲ ਮਿਲੀਆਂ। ਬਾਬਾ ਆਦਮ ਜੀ ਨੇ ਆਪਣੇ ਘਰ ਦੀਆਂ ਚਗਾਠੇ ਪੁੱਟ ਲੈਂਦੀਆਂ, ਕੜੀਆਂ ਲਿਆਂਦੀਆਂ, ਆਪਣੀ ਛੱਤ ਢੇੜ ਲਈ ਛੱਤ ਕਰਦੀ, ਕੋਈ ਢੇੜ ਲੂ ਸੰਗਤਾਂ ਦੇ ਪਿਆਰ ਵਿੱਚ ਸਾਰੀ ਛੱਤ ਢੇੜ ਕੇ ਕੜੀਆਂ ਲਟੈਣਾ, ਘਰ ਦੇ ਦਰਵਾਜ਼ੇ ਭੰਨ ਭੰਨ ਕੇ ਕੁਹਾੜੀ ਨਾਲ ਚੰਗੀ ਤਰ੍ਹਾਂ ਛੋਟੀਆਂ ਲੱਕੜੀਆਂ ਪੀਸ ਕਰਕੇ ਧੂਣੀਆਂ ਲਾ ਦਿੱਤੀਆਂ। ਜਦੋਂ ਇਸ ਗੱਲ ਦੀ ਚਰਚਾ ਗੁਰੂ ਰਾਮਦਾਸ ਮਹਾਰਾਜ ਨੂੰ ਪਤਾ ਲੱਗਿਆ ਵੀ ਇੱਕ ਸਿੱਖ ਦੀ ਸੇਵਾ ਬਾਬਾ ਆਦਮ ਜੀ ਦੀ ਆਰੰਭੀ ਹੋਈ ਹੈ, ਵੀ ਆਈਆਂ ਸੰਗਤਾਂ ਨਿੱਘਦੇ ਰਹੇ ਆ, ਗੁਰੂ ਨਾਨਕ ਸਰੂਪ ਸਮਝ ਕੇ ਬੁਲਾਇਆ ਬਾਬਾ ਆਦਮ ਜੀ ਨੂੰ। ਗੁਰੂ ਰਾਮਦਾਸ ਜੀ ਕਹਿੰਦੇ, ਭਾਈ ਪ੍ਰੇਮੀਆ ਕਿੱਥੋਂ ਦੇ ਰਹਿਣ ਵਾਲਾ ਹੈ, ਕੀ ਗੱਲ ਹੈ, ਕੀ ਮਨੋਰਥ ਹੈ ਤੇਰਾ, ਕੀ ਭਾਵਨਾ ਹੈ, ਕੀ ਸੰਕਲਪ ਹੈ, ਤੂੰ ਸੇਵਾ ਆਰੰਭੀ ਹੋਈ ਹੈ। ਬਾਬਾ ਆਦਮ ਜੀ ਹਜੂਰ ਦੇ ਦਰ ਤੇ ਦਰਬਾਰ ਤੇ ਮੰਗ ਨਾ ਸਕੇ, ਗਲ ਵਿੱਚ ਗੱਲ ਆਉਂਦੀ ਹੈ ਪਰ ਬਾਹਰ ਨਹੀਂ ਕੱਢ ਰਹੇ। ਸਤਿਗੁਰੂ ਦਾ ਅੰਤਰਜਾਮੀ ਹੈ, ਗੁਰੂ ਰਾਮਦਾਸ ਉਹ ਤਰਕਾਲ ਦਰਸੀ ਹੈ, ਤਿੰਨਾਂ ਲੋਕਾਂ 14 ਭਵਨਾਂ ਦੀ ਬਾਤ ਜਾਣਦੇ ਆ। ਸਤਿਗੁਰੂ ਜਾਣਦੇ ਸਨ ਵੀ ਉਮਰਾਂ ਤਾਂ ਕਾਫੀ ਲੰਬੇਰੀ ਹੋ ਗਈ, ਪਰ ਮੰਗਣਾ ਚਾਹੁੰਦੇ ਆ, ਮੰਗਦੇ ਨਹੀਂ। ਕਹਿੰਦੇ ਭਾਈ ਕੱਲ ਨੂੰ ਤੂੰ ਆਪਣੀ ਘਰ ਵਾਲੀ ਬੀਬੀ ਨੂੰ ਨਾਲ ਲੈ ਕੇ ਆਈ, ਕਿਉਂਕਿ ਬੀਬੀਆਂ ਨੂੰ ਬਹੁਤਾ ਹੁੰਦਾ, ਮਾਮਾ ਪਾਵਣ ਹੋਰ ਪੜੀਆਂ, ਨਾਲ ਹੁਸਨ ਦੇ ਡਗ ਡਗ ਭਰੀਆਂ, ਸ਼ਾਹੀ ਕਰੀ ਵਿਆਵਣ ਬਰੀਆਂ, ਪਹਿਨਣ ਪੱਟ ਹੜਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲ ਹਾਰ ਨਾ ਹੋਵੇ। ਜੇ ਗੋਦੀ ਵਿੱਚ ਪੁੱਤਰ ਨਾ ਹੋਵੇ ਤੇ ਉਹ ਮਾਂ ਨੂੰ ਖੁਸ਼ੀ ਨਹੀਂ ਮਿਲਦੀ। ਮਾਂ ਚਾਹੁੰਦੀ ਹੈ ਮੈਨੂੰ ਵੀ ਭਾਗ ਲੱਗਣ ਮੇਰੀ ਕੁੱਖ ਨੂੰ, ਮੇਰਾ ਘਰ-ਬਾਰ, ਮੇਰਾ ਸਾਜੋ ਸਮਾਨ
ਇਹ ਜ਼ਮੀਨਾਂ ਜਾਇਦਾਦਾਂ, ਇਹ ਰਾਜ ਭਾਗ ਦੀਆਂ ਗੱਦੀਆਂ ਸੁੰਨੀਆਂ ਨਾ ਕਿਤੇ ਚਲੀਆਂ ਜਾਣ। ਇਹ ਮਾਂ ਦੀ ਇੱਛਾ ਹੁੰਦੀ ਆ ਵੀ ਮੇਰੇ ਘਰ ਵੀ ਪੁੱਤਰ ਹੋਵੇ। ਹਰ ਮਾਂ ਦੀ ਇੱਛਾ ਹੁੰਦੀ ਹੈ, ਭਾਵੇਂ ਕਿੰਨੇ ਵੀ ਸੁੰਦਰਤਾ, ਕਿੰਨੇ ਵੀ ਸੋਹਣੇ ਮਹਿੰਗੇ ਤੋਂ ਮਹਿੰਗੇ ਵਸਤਰ ਪਹਿਨਣ, ਸ਼ਾਹੀ ਕਰੀ ਵਿਆਹਣ ਹੋਵਣ, ਪਹਿਨਣ ਪੱਟ ਹੜਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੀ ਲਾਲਾਂ ਦਾ ਗਲਹਾਰ ਨਾ ਹੋਵੇ। ਪੁੱਤਰ ਨਿਸ਼ਾਨ ਹੈ, ਕਰਨੀ ਪ੍ਰਧਾਨ ਹੈ, ਕਿਆ ਹਿੰਦੂ ਕਿਆ ਮੁਸਲਮਾਨ ਹੈ। ਇੱਥੇ ਹਿੰਦੂ ਮੁਸਲਮਾਨ ਸਿੱਖ ਦਾ ਸਵਾਲ ਨਹੀਂ ਹੈ, ਇੱਥੇ ਗੱਲ ਕਮਾਈ ਦੀ ਹੈ। ਜਿੰਨੀ ਕੋਈ ਮਿਹਨਤ ਕਰ ਗਿਆ ਫਲ ਓਨਾ ਹੀ। ਹੁਣ ਸੇਵਾ ਦਾ ਫਲ ਗੁਰੂ ਰਾਮਦਾਸ ਮਰ ਪ੍ਰਸੰਨ ਹੋਏ, ਕਹਿੰਦੇ ਪ੍ਰੇਮੀਆਂ ਕੱਲ ਨੂੰ ਆਪਣੀ ਘਰ ਵਾਲੀ ਬੀਬੀ ਨੂੰ ਨਾਲ ਲੈ ਕੇ ਆਏ। ਜਾਣੀ ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਦਿਲਾਂ ਦੀਆਂ, ਜਾਣੀ ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ। ਹਰ ਇੱਕ ਦੀ, ਹਰ ਇੱਕ ਦੀ ਰਮਜ, ਹਰ ਇੱਕ ਦੀ ਰਮਜ ਪਛਾਣਦਾ, ਜਾਣੀ ਜਾਣ, ਜਾਣੀ ਜਾਣ ਦਿਲਾਂ ਦੀਆਂ ਜਾਣਦਾ, ਹਰ ਇੱਕ ਦੀ ਰਮਜ ਪਛਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਜਾਣ ਦਿਲਾਂ ਦੀਆਂ ਜਾਣਦਾ, ਹਰ ਇੱਕ ਦੀ ਜਾਣੀ ਜਾਣ ਦਿਲਾਂ ਦੀਆਂ ਜਾਣਦਾ। ਕੱਟ ਕੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਦੂਜੇ ਦਿਨ ਬਾਬਾ ਆਦਮ ਜੀ ਆਪਣੀ ਘਰ ਵਾਲੀ ਬੀਬੀ ਨਾਲ ਲੈ ਕੇ ਗਏ। ਸਤਿਗੁਰੂ ਰਾਮਦਾਸ ਕਹਿੰਦੇ ਬੇਟਾ ਦੱਸੋ ਭਾਈ ਪੁੱਤਰੋ ਕੀ ਵਸਤੂ ਦੀ ਲੋੜ ਹੈ, ਤੁਹਾਨੂੰ ਕੀ ਡਿਮਾਂਡ ਹੈ, ਤੁਹਾਨੂੰ ਗੁਰੂ ਨਾਨਕਦਾਰ ਤੋਂ ਲੈ ਦਈਏ ਵਸਤੂ। ਮਹਾਰਾਜ ਆਪ ਤੋਂ ਜਾਣੀ ਜਾਣ, ਘਰ ਦੇ ਅੰਦਰ ਸਭ ਕੁਛ ਹੈ, ਜਿਸ ਦੇਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ। ਕਿਰਪਾ ਕਰੋ ਝੋਲੀ ਅੱਡ ਲਈ, ਮਹਾਰਾਜ ਝੋਲੀ ਸਖਣੀ ਨਾ ਜਾਵੇ, ਪੁੱਤਰ ਦੀ ਦਾਤ ਬਖਸ਼ ਦਿਓ। ਪੁੱਤਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਭਾਈ ਤੁਹਾਡੇ ਘਰ ਔਲਾਦ ਤਾਂ ਹੈ ਨਹੀਂ, ਪਰ ਤੁਹਾਡੀ ਸੇਵਾ ਤੇ ਪ੍ਰਸੰਨ ਹੋ ਕੇ ਅਸੀਂ ਆਪਣਾ ਪੁੱਤਰ ਹੀ ਤੁਹਾਨੂੰ ਦੇ ਰਹੇ ਹਾਂ। ਗੁਰੂ ਰਾਮਦਾਸ ਜੀ ਕਹਿ ਰਹੇ ਸਾਡੇ ਘਰ 4 ਸਾਹਿਬਜ਼ਾਦਿਆਂ ਨੇ ਆਉਣਾ ਸੀ, 4 ਬੱਚਿਆਂ ਨੇ ਸਾਡੇ ਘਰ, ਜਿਨ੍ਹਾਂ ਵਿੱਚੋਂ 3 ਸਾਹਿਬਜ਼ਾਦੇ ਆ ਗਏ ਆ, ਬਾਬਾ ਪਿਰਥੀਆ ਜੀ, ਬਾਬਾ ਮਹਾਦੇਵ ਜੀ ਔਰ ਸ਼੍ਰੀ ਅਰਜਨ ਦੇਵ ਮਹਾਰਾਜ, ਜਿਹੜੇ ਤੱਤੀਆਂ ਲੋਹਾਂ ਤੇ ਬੈਠੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਲਾਡਲੇ ਪੁੱਤਰ, ਬੀਬੀ ਭਾਨੀ ਦੇ ਦੁਲਾਰੇ। ਇਹ 3 ਸਾਹਿਬਜ਼ਾਦੇ ਸਾਡੇ ਘਰ ਆ ਚੁੱਕੇ, ਚੌਥੇ ਸਾਹਿਬਜ਼ਾਦੇ ਨੇ ਸਾਡੇ ਘਰ ਆਉਣਾ ਸੀ, ਪਰ ਪ੍ਰੇਮੀਓ ਤੁਹਾਡੀ ਸੇਵਾ ਤੇ ਪ੍ਰਸੰਨ ਹੋ ਕੇ ਅਸੀਂ ਇਹ ਪੁੱਤਰ ਤੁਹਾਡੀ ਝੋਲੀ 'ਚ ਪਾ ਰਹੇ ਹਾਂ। ਪਰ ਚੇਤੇ ਰੱਖਿਓ ਉਹਦਾ ਨਾਮ ਭਾਈ ਭਗਤੂ ਰੱਖਿਓ। ਭਾਈ ਭਗਤੂ, ਉਹ ਭਾਈ ਭਗਤੂ ਗੁਰੂ ਕੇ ਬਚਨ ਅਨੁਸਾਰ ਪ੍ਰਕਾਸ਼ ਹੋਇਆ, ਜਨਮ ਹੋਇਆ, ਤੇ ਭਾਈ ਭਗਤੂ ਦੀ ਅੰਸ਼ ਬੰਸ ਤੇ ਫਿਰ ਭਾਈ ਦਿਆਲ ਦਾਸ ਜੀ 10ਵੇਂ ਪਾਤਸ਼ਾਹ ਦੀ ਸੇਵਾ ਕਰਦੇ ਰਹੇ। ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। 6ਵੇਂ ਪਾਤਸ਼ਾਹ ਦੀ ਸੇਵਾ ਕੀਤੀ ਇਹ ਸੰਤ ਸਮਾਜ, 7ਵੇਂ ਪਾਤਸ਼ਾਹ ਦੀ, 10ਵੇਂ ਪਾਤਸ਼ਾਹ ਤੱਕ ਭਾਈ ਦਿਆਲ ਪੜੋਤੇ ਤੇ ਭਾਈ ਦਿਆਲ ਦਾਸ ਜੀ ਨੇ ਮਹਾਰਾਜ ਜੀ ਦੀ ਸੇਵਾ ਕੀਤੀ। ਅੰਮ੍ਰਿਤ ਛਕਿਆ ਕਲਗੀਧਰ ਮਹਾਰਾਜ ਜੀ ਤੋਂ। ਇਸੇ ਤਰ੍ਹਾਂ ਮਹਾਰਾਜ ਨਿਰੰਕਾਰ ਕਹਿ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਮੈਂ ਆਪਣਾ ਸੁਤ ਤੋਹੇ ਨਵਾਜਾ, ਮੈਂ ਆਪਣਾ ਪੁੱਤਰ ਭੇਜ ਰਿਹਾ। ਫਿਰ ਕਲਗੀਧਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਟਨੇ ਸ਼ਹਿਰ। ਅੱਜ ਉਹ ਗਲੀਆਂ ਧੰਨ ਹੋ ਗਈਆਂ ਜਿੱਥੇ ਮੇਰੇ ਪ੍ਰੀਤਮ ਬਾਲਾ ਪ੍ਰੀਤਮ ਖੇਡ ਰਹੇ। ਧੰਨ ਗਲੀਆਂ ਪਟਨੇ ਦੀਆਂ, ਧੰਨ ਗਲੀਆਂ, ਸਾਰੇ ਬੋਲੇ ਕਰੋ ਸਭ ਬੀਬੀਆਂ ਗੱਜ ਵੱਜ ਕੇ। ਧੰਨ ਗਲੀਆਂ ਪਟਨੇ ਦੀਆਂ,
ਜਿੱਥੇ ਖੇਡੇ ਗੋਬਿੰਦ ਪਿਆਰੇ ਧਨ ਗਲੀਆਂ ਪਟਣੇ ਦੀਆਂ ਜਿੱਥੇ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਪਟਣ ਦੀਆਂ ਜਿੱਥੇ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਪਟਣ ਦੀਆਂ ਜਿੱਥੇ ਖੇਡਣ ਗੋਬਿੰਦ ਪਿਆਰੇ ਜਿੱਥੇ ਖੇਡਣ ਗੋਬਿੰਦ ਜਿੱਥੇ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਪਟਣੇ ਦੀਆਂ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਪਟਣ ਦੀਆਂ ਜਿੱਥੇ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਪਟਣ ਦੀਆਂ ਜਿੱਥੇ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਧਨ ਗਲੀਆਂ ਪਟਣੇ ਦੀਆਂ ਗਲੀਆਂ ਪਟਣੇ ਦੀਆਂ ਗਲੀਆਂ ਪਟਣੇ ਦੀਆਂ ਗਲੀਆਂ ਪਟਣ ਦੀਆਂ ਗਲੀਆਂ ਪਟਣ ਦੀਆਂ ਗਲੀਆਂ ਪਟਣ ਦੀਆਂ ਧਨ ਗਲੀਆਂ ਧਨ ਗਲੀਆਂ ਪਟਣੇ ਦੀਆਂ ਧਨ ਗਲੀਆਂ ਪਟਣੇ ਦੀਆਂ ਗਲੀਆਂ ਪਟਣੇ ਦੀਆਂ ਗਲੀਆਂ ਪਟਣ ਦੀਆਂ ਗਲੀਆਂ ਪਟਣ ਦੀਆਂ ਗਲੀਆਂ ਪਟਣ ਦੀਆਂ ਜਿੱਥੇ ਖੇਡਣ ਜਿੱਥੇ ਖੇਡਣ ਗੋਬਿੰਦ ਪਿਆਰੇ ਜੀ ਖੇਡਣ ਗੋਬਿੰਦ ਮੇਰੇ ਧਨ ਗਲੀਆਂ ਪਟਣੇ ਦੀਆਂ ਜਿੱਥੇ ਖੇਡਣ ਗੋਬਿੰਦ ਮੇਰੇ ਧਨ ਗਲੀਆਂ ਪਟਣੇ ਜਿੱਥੇ ਖੇਡਣ ਗੋਬਿੰਦ ਪਿਆਰੇ ਧਨ ਗਲੀਆਂ ਪਟਣੀਆਂ ਜਿੱਥੇ ਖੇਡਣ ਗੋਬਿੰਦ ਪਿਆਰੇ ਖੇਡਣ ਗੋਬਿੰਦ ਪਿਆਰੇ ਤਨ ਤਨ ਉਹ ਰਾਮ ਬੇਨ ਬਾਜੈ ਤਨ ਤਨ ਮਦਰ ਮਦਰ ਤੁਨ ਅਨਹਦ ਵਾਜੈ ਤਨ ਤਨ ਰੁਮਾਵੈ ਮੇਗਾ ਰੁਮਾਵਲੀ ਤਨ ਤਨ ਕ੍ਰਿਸ਼ਨ ਓਢੈ ਕਾਮਲੀ ਤਨ ਤਨ ਮਾਤਾ ਦੇਵਕੀ ਤਨ ਤਨ ਮਾਤਾ ਦੇਵਕੀ ਜਹ ਗ੍ਰਹਿ ਖੇਲੇ ਰਮਈਆ ਰਮਈਆ ਪਤੀ ਜਿੱਥੇ ਪ੍ਰਮਾਤਮਾ ਪਰਮੇਸ਼ਰ ਭਗਵਾਨ ਨੇ ਅਵਤਾਰ ਲਿਆ ਤਨ ਤਨ ਬਨ ਖੰਡ ਬਿੰਦਰਾ ਬਨਾ ਜਹ ਖੇਲੇ ਸ੍ਰੀ ਨਾਰਾਇਣ ਉਹ ਗਲੀਆਂ ਵੀ ਧਨ ਹਨ ਪਟਣੇ ਦੀਆਂ ਜਿੱਥੇ ਮੇਰੇ ਗੋਬਿੰਦ ਲਾਲ ਪਰਮੇਸ਼ਰ ਸਰੂਪ ਗੜੀਆਂ ਨੂੰ ਭਾਗ ਲਾ ਰਹੇ ਆਪਣੇ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾ ਰਹੇ ਹੈ ਨਾਲ ਸਾਥੀਆਂ ਦੇ ਅੱਜ ਸ਼ਿਵਦੱਤ ਪੰਡਤ ਜੀ ਸਮਾਧੀ ਵਿੱਚ ਬੈਠੇ ਹੈ ਸ਼ਿਵਦੱਤ ਪੰਡਤ ਮਨ ਚ ਭਾਵਨਾ ਬਣਾਈ ਵੀ ਹੇ ਬਾਲਾ ਪ੍ਰੀਤਮ ਮੇਰੇ ਮਨ ਚ ਖਿਆਲ ਹੈ ਤੁਸੀਂ ਸਰਵ ਸ਼ਕਤੀਮਾਨ ਹੋ ਸਰਵ ਸਾਂਝੇ ਭਗਵਾਨ ਹੋ
ਜੇ ਤੁਹਾਡੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਖਿਆਲ ਭਿੰਨ ਭੇਦ ਨਹੀਂ, ਸਭਨਾਂ ਨੂੰ ਇੱਕੋ ਸਰੂਪ ਜਾਣਦੇ ਹੋ, ਜੇ ਮੇਰੇ ਤੇ ਕਿਰਪਾ ਕਰੋ, ਮੈਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦੇ ਦਿਓ, ਤਾਂ ਮੇਰੇ ਕਿੱਡੇ ਵੱਡੇ ਭਾਗ ਹੋਣਗੇ, ਕਿੱਡੇ ਵੱਡੇ ਭਾਗ ਹੋਣਗੇ ਮੇਰੇ। ਅੰਤਰਜਾਮੀ ਸਤਿਗੁਰੂ ਦਿਲਾਂ ਦੀਆਂ ਜਾਣਨਹਾਰੇ ਸਤਿਗੁਰੂ ਜੀ ਖੇਡ ਰਹੇ ਆ ਗੋਦਾਵਰੀ ਤੇ, ਚੋਜ ਕਰ ਰਹੇ ਆ ਬੋਝੇ ਪ੍ਰੀਤਮ। ਦਿਲਾਂ ਦੀਆਂ ਪੜਨਹਾਰੇ ਸਤਿਗੁਰੂ ਸ਼ਿਵਦੱਤ ਪੰਡਤ ਦੇ ਹਿਰਦੇ ਦੀ ਪੁਕਾਰ ਸੁਣ ਕੇ ਸਾਥੇ ਨਾਲ ਖੇਡਦੇ ਖੇਡਦੇ ਉੱਥੇ ਜਾ ਪਹੁੰਚਦੇ ਜਿੱਥੇ ਸ਼ਿਵਦੱਤ ਪੰਡਤ ਜੀ ਰੋਜ਼ ਪੂਜਾ ਕਰਦਾ ਹੁੰਦਾ ਸੀ। ਨਦੀ ਦੇ ਕਿਨਾਰੇ ਬਹਿ ਕੇ ਸਮਾਧੀ ਲਾ ਕੇ ਭਜਨ ਕਰਦਾ ਹੁੰਦਾ ਸੀ। ਮਹਾਰਾਜ ਜੀ ਹੌਲੀ 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 ਪਿੱਛੇ ਜਾਂਦੇ ਜਾਂਦੇ ਦਬਵੀਂ ਪੈਰ ਜਾ ਕੇ ਸ਼ਿਵਦੱਤ ਜੀ ਅੱਖਾਂ ਤੇ, ਜਿਵੇਂ ਨਿੱਕੇ ਨਿੱਕੇ ਬੱਚੇ ਨਹੀਂ ਕਈ ਵਾਰੀ ਆਪਣੀ ਅੱਖਾਂ ਤੇ ਹੱਥ ਰੱਖ ਦਿੰਦੇ ਮਾਂ ਪਿਓ ਦੇ ਵੀ ਦੱਸੋ ਅਸੀਂ ਕੌਣ ਆ, ਇਸ ਤਰ੍ਹਾਂ ਸਤਿਗੁਰੂ ਜੀ ਨੇ ਜਾ ਕੇ ਸ਼ਿਵਦੱਤ ਦੇ ਅੱਖਾਂ ਤੇ ਸੋਹਣੇ ਪਵਿੱਤਰ ਹੱਥ ਰੱਖ ਦਿੱਤੇ ਤੇ ਨਾਲੇ ਮੁਖੋਂ ਬੋਲੇ, ਪੰਡਤ ਜੀ ਬੁੱਝੋ ਅਸੀਂ ਕੌਣ ਆ, ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਬੁੱਝੋ ਅਸੀਂ ਕੌਣ ਆ। ਜਦੋਂ ਨਿੱਕੇ ਨਿੱਕੇ ਹੱਥ ਰੱਖੇ ਤੇ ਮਿੱਠੀ ਮਿੱਠੀ ਆਵਾਜ਼ ਕੰਨਾਂ ਵਿੱਚ ਪਈ ਨਾ ਸ਼ਿਵਦੱਤ ਦੇ ਪੰਡਤ ਦੇ ਕੰਨ ਵਿੱਚ, ਪਹਿਲਾਂ ਤਾਂ ਹੱਥ ਮਹਾਰਾਜ ਜੀ ਦੇ ਪਵਿੱਤਰ ਲੱਗੇ ਤੇ ਸਰੀਰ ਸ਼ਾਂਤ ਠੰਡਾ ਹੋ ਗਿਆ ਪੰਡਤ ਦਾ। ਉਹ ਆਨੰਦ ਕਦੇ ਪ੍ਰਾਪਤ ਨਹੀਂ ਸੀ ਹੋਇਆ, ਸਤਿਗੁਰੂ ਨਾਲ ਸੰਪਰਕ ਕਰਨ ਸਾਰੀ ਆਨੰਦ ਬਣ ਗਿਆ। ਐਸਾ ਆਨੰਦ ਬਣਿਆ, ਫਿਰ ਮਿੱਠੀ ਮਿੱਠੀ ਰਸ ਮਧਰ ਮਧਰ ਧੁਨ ਜਦੋਂ ਕੰਨਾਂ ਵਿੱਚ ਪਈ, ਸ਼ਿਵਦੱਤ ਜੀ ਨਿਹਾਲ ਹੋ ਗਏ। ਸਤਿਗੁਰੂ ਨੇ ਕਪਾਟ ਖੋਲ ਤੇ ਕਪਾਟ ਤੀਸਰਾ ਨੇਤਰ ਖੋਲਤਾ। ਕਹਿੰਦੇ ਪੰਡਤ ਜੀ ਦੱਸੋ ਅਸੀਂ ਕੌਣ ਆ। ਸ਼ਿਵਦੱਤ ਪੰਡਤ ਜੀ ਨੇ ਆਖਿਆ, ਮਹਾਰਾਜ ਤੁਸੀਂ ਕੌਣ ਹੋ, ਮੇਰੇ ਭਗਵਾਨ ਹੀ ਹੋ, ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਭਗਵਾਨ ਹੋ। ਜਦੋਂ ਅੱਖਾਂ ਤੋਂ ਹੱਥ ਚੁੱਕੇ ਸਤਿਗੁਰੂ ਸਾਹਮਣੇ ਖੜੇ ਆ, ਸ਼ਿਵਦੱਤ ਪੰਡਤ ਨੇਤਰ ਪੁੱਟੇ ਤਾਂ ਏਦਾਂ ਹੀ ਭਾਸਿਆ, ਨਾਲ ਦੋ ਸਾਥੀ ਸਨ, ਏਦਾਂ ਹੀ ਭਾਸਿਆ ਵੀ ਜਿਵੇਂ ਮੇਰੇ ਧੰਨ ਧੰਨ ਸ਼੍ਰੀ ਰਾਮਚੰਦਰ ਮਹਾਰਾਜ ਜੀ ਖੜੇ ਆ, ਖੜੇ। ਸ਼ਿਵਦੱਤ ਪੰਡਤ ਜੀ ਦੀ ਭਾਵਨਾ ਨੇ ਹੀ ਕਲਗੀਧਰ ਮਹਾਰਾਜ ਸਰੂਪ ਨੂੰ, ਸ਼੍ਰੀ ਰਾਮਚੰਦਰ ਮਹਾਰਾਜ ਸਰੂਪ ਐ ਸਾਹਮਣੇ ਸਨਮੁਖ ਦਰਸ਼ਨ ਕਰਕੇ ਐ ਲੰਮਾ ਹੀ ਪੈ ਗਿਆ, ਡੰਡੌਤਾਂ ਕਰਦਾ ਮਹਾਰਾਜ ਧੰਨ ਹੈ। ਆਪੇ ਬਹੁਤੀਆਂ ਰੰਗਾਂ ਵਿੱਚ ਖੇਡਦਾ, ਆਪੇ ਪਿਆਰਾ ਇੱਕ ਰੰਗ ਦਾ, ਬਹੁਤੀਆਂ ਬਹੁਤੀਆਂ ਰੰਗਾਂ ਵਿੱਚ ਆਪੇ ਪਿਆਰਾ ਇੱਕ ਰੰਗ ਦਾ, ਬਹੁਤਿਆਂ ਰੰਗਾਂ ਵਿੱਚ ਖੇਡਦਾ, ਆਪੇ ਪਿਆਰਾ ਰੰਗਦਾ, ਆਪੇ ਬਹੁਤੀਆਂ ਰੰਗਾਂ ਵਿੱਚ ਖੇਡਦਾ, ਆਪੇ ਪਿਆਰਾ ਇੱਕ ਰੰਗਦਾ। ਬਹੁਤੀਆਂ ਰੰਗਾਂ ਵਿੱਚ ਆਪੇ ਪਿਆਰਾ, ਬਹੁਤੀਆਂ ਰੰਗਾਂ ਵਿੱਚ ਆਪੇ ਪਿਆਰਾ ਇੱਕ ਰੰਗ ਦਾ, ਬਹੁਤਿਆਂ ਰੰਗਾਂ ਵਿੱਚ ਖੇਡਦਾ, ਆਪੇ ਪਿਆਰਾ ਇੱਕ ਰੰਗਦਾ, ਆਪੇ ਬਹੁਤੀਆਂ ਰੰਗਾਂ ਵਿੱਚ ਖੇਡਦਾ। ਵਾਜਨ ਕੀ ਹੋ ਗਿਆ। ਬਹੁਤੀਆਂ ਰੰਗਾਂ ਵਿੱਚ ਆਪੇ ਪਿਆਰਾ, ਆਪੇ ਬਹੁਤੀਆਂ ਰੰਗਾਂ ਵਿੱਚ ਆਪੇ ਪਿਆਰਾ ਇੱਕ ਰੰਗ ਦਾ, ਆਪੇ ਬਹੁਤਿਆਂ ਰੰਗਾਂ ਵਿੱਚ ਖੇਡਦਾ, ਆਪੇ ਪਿਆਰਾ ਇੱਕ ਰੰਗਦਾ, ਬਹੁਤਿਆਂ ਰੰਗਾਂ ਵਿੱਚ ਖੇਡਦਾ, ਆਪੇ ਪਿਆਰਾ ਇੱਕ ਰੰਗਦਾ। ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ। ਆਪੇ ਬਰੰਗੀ ਆਪੇ ਪਿਆਰਾ ਇੱਕ ਰੰਗ ਦਾ, ਬਹੁਤੀਆਂ ਬਹੁਤੀਆਂ ਰੰਗਾਂ ਵਿੱਚ
ਆਪੇ ਪਿਆਰਾ ਇੱਕ ਰੰਗ ਦਾ ਸੋਹਣਿਆ ਰੰਗਾਂ ਵਿੱਚ ਖੇਡਦਾ ਆਪੇ ਪਿਆਰਾ ਇੱਕ ਰੰਗ ਹੈ ਆਪੇ ਬਹੁਤਿਆਂ ਰੰਗਾਂ ਵਿੱਚ ਖੇਡਦਾ ਆਪੇ ਪਿਆਰਾ ਇੱਕ ਰੰਗ ਹੈ ਆਪੇ ਪਿਆਰਾ ਇੱਕ ਰੰਗ ਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ ਮੈਂ ਵੇਖਿਓ ਰੀ ਉੱਚਾ ਮੋਹਣ ਸਭ ਤੇ ਉੱਚਾ ਸ਼ਿਵਦੱਤ ਪੰਡਤ ਜੀ ਕਹਿੰਦੇ ਮੈਂ ਆਪਣਾ ਪ੍ਰੀਤਮ ਵੇਖਿਆ ਆਪਣਾ ਰੱਬ ਵੇਖਿਆ ਸਾਰਿਆਂ ਤੋਂ ਉੱਚਾ ਮੋਹਨ ਮੇਰਾ ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਇੰਨਾ ਉੱਚਾ ਆ ਨਾ ਸੰਸਰ ਕੋ ਲੱਗੇ ਉਹਦੀ ਤੁਲਨਾ ਕੋਈ ਕਰ ਨਹੀਂ ਸਕਦਾ ਢੂੰਡ ਰਹੇ ਹਮ ਉੱਚਾ ਬੜਾ ਢੂੰਡਿਆ ਬੜੀਆਂ ਸੁਰਤੀਆਂ ਚਾੜੀਆਂ ਬੜੀਆਂ ਬਿਰਤੀਆਂ ਜੋੜੀਆਂ ਪਰ ਅੱਜ ਮੈਨੂੰ ਨਿਰੰਕਾਰ ਰੱਬ ਮਿਲ ਗਿਆ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਇਹ ਮੇਰੇ ਸ਼ਾਸਕ ਭਗਵਾਨ ਹੈ ਮੇਰੇ ਖੁਦਾ ਹੈ ਮੇਰੇ ਰਾਮ ਹੈ ਮੇਰੇ ਰੱਬ ਹੈ ਮੇਰੇ ਵਾਹਿਗੁਰੂ ਹੈ ਕੋਈ ਫਰਕ ਨਹੀਂ ਹੈ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਿੰਨੇ ਆਪਾਂ ਬੈਠੇ ਆ ਇੱਕੋ ਹੀ ਰੂਪ ਤੋਂ ਬਣਾਏ ਸਭ ਰੱਬ ਨੇ ਇੱਕੋ ਹੀ ਰੂਪ ਤੋਂ ਸਾਰਿਆਂ 'ਚ ਜੋਤ ਇੱਕੋ ਜੀ ਹੈ ਫਰਕ ਕੋਈ ਨਹੀਂ ਜਿਵੇਂ ਬਲਬ ਹੈ ਟਿਊਬਾਂ ਜਗ ਰਹੀਆਂ ਕੋਈ 100 ਵਾਟ ਦਾ ਹੈ ਕੋਈ 1000 ਵਾਟ ਦਾ ਹੈ ਕੋਈ 0 ਵਾਟ ਦਾ ਹੈ ਕੋਈ 200 ਵਾਟ ਦਾ ਹੈ ਪੱਖਾ ਹੈ ਸਪੀਕਰ ਹੈ ਸੈੱਟ ਹੈ ਪਰ ਜਿਹੜਾ ਕਰੰਟ ਹੈ ਉਹ ਸਾਰਿਆਂ 'ਚ ਇੱਕੋ ਜਿਹਾ ਹੀ ਹੈ ਕਰੰਟ 'ਚ ਕੋਈ ਫਰਕ ਨਹੀਂ ਸਰੀਰ ਕੋਈ ਵੱਡਾ ਹੈ ਕੋਈ ਛੋਟਾ ਹੈ ਪਸ਼ੂ ਪੰਛੀਆਂ ਦੇ ਸਰੀਰ ਹਨ ਕੁੱਤਿਆਂ ਬਿੱਲਿਆਂ ਦੇ ਸਰੀਰ ਹਨ ਪਰ ਜਿਹੜੀ ਜੋਤ ਹੈ ਸਾਰਿਆਂ 'ਚ ਇੱਕੋ ਜੀ ਹੈ ਇੱਕੋ ਹੀ ਰੂਪ ਤੋਂ ਬਣਾਏ ਰੱਬ ਨੇ ਸਭ ਕੌਣ ਚੰਗਾ ਮੰਦਾ ਸਭ ਇੱਕੋ ਪ੍ਰਕਾਰ ਦਾ ਸੂਰਜ ਨਾ ਕਹੇ ਧੁੱਪੇ ਪਵੇ ਨਾ ਅਛੂਤ ਕੋਈ ਚੰਦ ਨਾ ਅਕਲਿਆਂ ਬ੍ਰਹਮਣਾਂ ਨੂੰ ਠਾਰਦਾ ਅੱਗ ਪਾਣੀ ਹਵਾ ਸੁਖ ਦੇਵੇ ਸਾਰਿਆਂ ਨੂੰ ਇੱਕੋ ਜਿਹਾ ਧਰਤੀ ਨਾ ਕਹੇ ਭਾਰ ਲੱਗੇ ਘਮਿਆਰ ਦਾ ਐਡਾ ਕੀ ਹਨੇਰ ਪੈ ਗਿਆ ਜਹਾਨ ਉੱਤੇ ਬੰਦੇ ਤਾਂ ਹੀ ਬੰਦਾ ਕੁੱਤੇ ਵਾਂਗ ਦਰਕਾਰ ਕੋਈ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਜਿਹਦੇ ਕੋਲੇ 4 ਪੈਸੇ ਉਹਦੇ ਮਗਰ 4 ਬੰਦੇ ਆ ਗਰੀਬ ਨੂੰ ਕੌਣ ਪੁੱਛਦਾ ਗਰੀਬ ਦਾ ਤਾਂ ਸਕਾ ਭੈਣ ਭਰਾ ਵੀ ਨਹੀਂ ਬਣਦਾ ਸਕਾ ਭੈਣ ਭਰਾ ਵੀ ਫੋਨ ਕਰਨ ਨੂੰ ਬੰਦ ਕਰ ਦਿੰਦਾ ਵੀ ਕਿਤੇ ਮਾਇਆ ਦੀ ਮੰਗ ਨਾ ਮੰਗ ਲੈ ਮੇਰੇ ਤੋਂ ਕੋਈ ਮੰਗ ਨਾ ਖੜੀ ਕਰ ਦੇ ਕੋਈ ਨਹੀਂ ਖੜਦੇ ਖਾਣ ਪੀਣ ਵਾਲੇ ਪਿਆਦੇ ਉਦੋਂ ਤੱਕ ਹੈ ਜਦੋਂ ਤੱਕ ਇਹਨਾਂ ਨੂੰ ਖਵਾਵੇਂ ਪਿਆਵੇਂਗਾ ਦੌਰ ਚੱਲਣਗੇ ਖਾਣ ਪੀਣ ਦੇ ਉਦੋਂ ਤੱਕ ਤੇਰੇ ਨਾਲ ਹੈ ਰੱਬ ਨਾ ਕਰੇ ਤੇ ਵਿਪਤਾ ਪੈ ਜੀ ਸਭਨਾਂ ਨੇ ਭੱਜਣਾ ਸਭ ਤੋਂ ਉਹ ਭੱਜਣਗੇ ਜਿਹੜੇ ਤੇਰੇ ਨੇੜੇ ਵਾਲੇ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਨਿਮਾਣਾ ਜਾਂ ਸਿੱਖਾਂ 5 ਭੈਣੀਆਂ ਹੋਣ ਦੇ ਨਾਤੇ ਇਹ ਗੁਰੂ ਕਾ ਬਚਨ ਹੈ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਲਾਗੂ ਨੇੜੇ ਵਾਲੇ ਉਹ ਤੇਰੇ ਦੁਸ਼ਮਣ ਬਣਨਗੇ ਨੇੜੇ ਵਾਲੇ ਸਾਕ ਵੀ ਭੱਜ ਖਲੇ ਤੇਰੇ ਸਾਕ ਭੱਜਣਗੇ ਪਹਿਲਾਂ ਤੇਰੇ ਸੰਬੰਧੀ ਭੱਜਣਗੇ ਤੇਰੇ ਤਾਏ ਚਾਚੇ ਤੇਰੇ ਸਕੇ ਭੈਣ ਭਰਾ ਉਹ ਜਾਣਗੇ ਤੇਰੇ ਕੋਲ ਨੇੜੇ ਨਹੀਂ ਖੜਨਗੇ ਤੇਰੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈਂਦੀ ਬਾਤ ਨਾ ਪੁੱਛਦਾ ਕੋਈ ਆ ਜਦ ਬਾਜੀ ਪੁੱਠੀ ਪੈਂਦੀ ਉੱਥੇ ਫਿਰ ਕਲਗੀਧਰ ਮਹਾਰਾਜ ਦੀ ਬਾਹ ਫੜਦਾ ਸਤਿਗੁਰੂ ਵੀ ਬਾਹ ਫੜਦੇ ਆ ਤੇਰੀ ਫਿਰ ਕਿਉਂ ਨਾ ਉਸ ਵਾਹਿਗੁਰੂ ਦਾ ਲੜ ਫੜ ਲੈ ਕਿਉਂ ਨਾ ਉਸ ਵਾਹਿਗੁਰੂ ਦੇ ਲੜ ਲੱਗ ਜਾਵੇਂ ਜਿਹਦਾ ਕਦੇ ਵੀ ਵਿਨਾਸ਼ ਨਾ ਹੋਵੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ ਸਭੋ ਭਜੋ ਆਸਰੇ ਸਾਰੇ ਆਸਰੇ ਟੁੱਟ ਜਾਣਗੇ ਚੂਕੇ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰਹਮਤਾ ਲੱਗੇ ਨਾ ਤੱਤੀ ਵਾਓ ਜੇ ਤੇਰੇ ਚਿੱਤ ਚ ਵਾਹਿਗੁਰੂ ਦੀ ਯਾਦ ਪਿਆਰ ਬਣਿਆ ਰਿਹਾ ਫਿਰ ਤੈਨੂੰ ਤੱਤੀ ਵਾਹ ਨਹੀਂ ਲੱਗਦੀ ਤੱਤੀ ਵਾਹ ਨਹੀਂ ਲੱਗੇਗੀ ਜੇ ਤੂੰ ਉਹਦਾ ਹੋ ਕੇ ਚੱਲੇਗਾ ਜਦੋਂ ਉਹਦਾ ਹੋ ਕੇ ਚੱਲੇਗਾ ਮਹਾਰਾਜ ਜੀ ਕਹਿੰਦੇ ਮੈਂ ਤਾਂ ਤੇਰਾ ਪਹਿਰੇਦਾਰ ਵੀ ਬਣਨ ਨੂੰ ਤਿਆਰ ਹਾਂ ਤੂੰ ਮੇਰਾ ਸਿੱਖ ਤਾਂ ਬਣ ਸਿੱਖ ਤਾਂ ਬਣ ਮੈਂ ਤਾਂ ਤੇਰਾ ਪਹਿਰੇਦਾਰੀ ਵੀ ਤੇਰੀ ਚੌਕੀਦਾਰੀ ਵੀ ਦੇ ਦੂੰ ਦਿੱਤੀ ਨਾ ਚੌਕੀਦਾਰੀ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਗਾ ਜੈਸੇ ਦਸ਼ਮੇਸ਼ ਮਾਤਾ ਗੁਜੀਰੀ ਦੇ ਲਾਲ ਜੀ
ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋਵੇ ਅਗਨ ਭਾਵ ਵਿੱਚ ਲਵੇ ਸਿੱਖ ਨੂੰ ਬਭਾਰੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਹੋਵੇ ਪਿਆਰਿਆਂ ਦੀ ਧਾਰ ਜੀ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤ ਗੁਜਰੀ ਦੇ ਲਾਲ ਸਾਰੀ ਰਾਤ ਪਹਿਰਾ ਦੇ ਆਪ ਚੌਕੀਦਾਰ ਹੋਵੇ ਬਣੇ ਨਾ ਚੌਕੀਦਾਰ ਭਾਈ ਜੋਗਾ ਜੀ ਦੇ ਭਾਈ ਜੋਗੇ ਨੇ ਕਿਹਾ ਸੀ ਮਹਾਰਾਜ ਜਦੋਂ ਕਿਹਾ ਨਾ ਮੇਰਾ ਨਾਮ ਜੋਗਾ ਮਹਾਰਾਜ ਕਹਿੰਦੇ ਕਿਹਦੇ ਜੋਗਾ ਕਿਹਦੇ ਜੋਗਾ ਕਹਿੰਦਾ ਮਹਾਰਾਜ ਤੁਹਾਡੇ ਜੋਗਾ ਮੈਂ ਕਿਸੇ ਰਿਸ਼ਤੇਦਾਰਾਂ ਜੋਗਾ ਨਹੀਂ ਭੈਣ ਭਰਾਵਾਂ ਜੋਗਾ ਨਹੀਂ ਮੈਂ ਤੇ ਤੁਹਾਡੇ ਜੋਗਾ ਅੱਛਾ ਜੇ ਇੰਨਾ ਪਿਆਰ ਕਰਦਾ ਜੋਗਿਆ ਚੇਤੇ ਰੱਖ ਜੇ ਤੂੰ ਮੇਰੇ ਜੋਗਾ ਸਤਿਗੁਰੂ ਤੇਰੇ ਜੋਗਾ ਕਹਿ ਦੋ ਸਤਨਾਮ ਸਤਿਗੁਰੂ ਤੇਰੇ ਜੋਗਾ ਭਾਈ ਤੇਰੇ ਜੋਗਾ ਫਿਰ ਦੇਖ ਲਓ ਪਹਿਰਾ ਰੱਖਿਆ ਮਹਾਰਾਜ ਨੇ ਸਾਰੀ ਰਾਤ ਵੀ ਮੇਰਾ ਸਿੱਖ ਕਿਤੇ ਭਟਕ ਨਾ ਜਾਏ ਵਾਹ 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 ਸਤਿਗੁਰ ਸਿੱਖੀ ਕਰੇ ਪਿਰਤਪਾਲ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ ਇਹ ਸ਼ਬਦ ਮਿਲਣਗੇ ਤੁਹਾਨੂੰ ਸਤਿਗੁਰ ਸਿੱਖੀ ਕਰੇ ਪਿਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਦਾ ਦਿਆਲ ਸਿੱਖੀ ਗੁਰ ਦੁਰਮਤਿ ਮਲਹਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਬੜ ਭਾਗੀ ਵੱਡਿਆਂ ਭਾਗਾਂ ਵਾਲਾ ਬਣਦਾ ਨਾਮ ਜਪ ਕੇ ਗੁਰੂ ਕਾ ਸਿੱਖ ਉਹਨੂੰ ਕਹਿੰਦੇ ਆ ਸਿੱਖ ਵਿਖਾਵੇ ਦਾ ਸਿੱਖ ਨਾ ਹੋਵੇ ਵਿਖਾਵੇ ਦੀ ਸਿੱਖੀ ਨਹੀਂ ਮਾਰੇ ਚੰਗੀ ਲੱਗਦੀ ਇੱਕ ਆ ਦੇਖਾ ਦੇਖੀ ਦੀ ਸਿੱਖੀ ਇੱਕ ਆ ਭੇਖ ਦੀ ਸਿੱਖੀ ਇੱਕ ਆ ਹਿਰਸ ਦੀ ਸਿੱਖੀ ਤੇ ਇੱਕ ਹੈ ਭਾਵਨਾ ਦੀ ਇੱਕ ਹੈ ਸਿਦਕ ਦੀ ਹੁਣ ਅਸੀਂ ਕਿਹਨਾਂ ਚੋਂ ਚਾਤੀ ਮਾਰੀਏ ਕਿਹੜੇ ਸਿੱਖਾਂ ਸੀ ਵਿਖਾਵੇ ਵਾਲੇ ਕਿ ਭੇਖਧਾਰੀ ਥੋੜੇ ਜਿਹੇ ਲਈ ਭੇਖ ਬਣਾ ਲਿਆ ਬਾਅਦ ਚ ਲਾਤਾ ਕਿ ਵਿਖਾਵੇ ਦੀ ਸਿੱਖੀ ਹੈ ਸਾਡੇ ਕੋਲ ਉੱਪਰੋਂ ਵਿਖਾਵਾ ਅੰਦਰੋਂ ਕੁਝ ਹੋਰ ਕਿ ਸਿਦਕ ਤੇ ਭਾਵਨਾ ਵਾਲੇ ਆ ਸੀ ਇੱਕ ਫਕੀਰੀ ਰੇਖਦੀ ਇੱਕ ਭੇਖਦੀ ਇੱਕ ਪਿੱਛਾ ਮੁੜ ਮੁੜ ਵੇਖਦੀ ਇੱਕ ਗਧੇ ਵਾਂਗੂ ਲੇਟਦੀ ਘਰੋਂ ਤੁਰ ਪੈਂਦਾ ਵੀ ਚੱਲੀਏ ਗੁਰੂ ਨਾਨਕ ਦੇ ਸਿੱਖ ਬਣ ਜਾਈਏ ਗੁਰੂ ਨਾਨਕ ਕਲਗੀਧਰ ਮਹਾਰਾਜ ਸਿੱਖ ਬਣ ਜਾਈਏ ਤੇ ਮਗਰੋਂ ਸੁਰਤੀ ਪਰਿਵਾਰ ਚ ਕਿਤੇ ਮੇਰੇ ਬੱਚੇ ਤਾਂ ਨਹੀਂ ਭੁੱਖੇ ਮਰਦੇ ਪਿੱਛੇ ਮੁੜ ਮੁੜ ਵੇਖੀ ਜਾਣਾ ਉਹ ਤੂੰ ਸ਼ਰਧਾ ਨਾਲ ਸੇਵਾ ਤਾਂ ਕਰ ਬੱਚੇ ਦਾ ਤੇਰੀ ਆਪ ਹੀ ਪਾਲ ਦੂ ਨਿਰੰਕਾਰ ਆਪ ਹੀ ਪਾਲ ਦੇਣਗੇ ਤੂੰ ਕਾਹਦਾ ਹੋ ਤਾਂ ਪਹਾੜਾਂ 'ਚ ਗਏ ਬੱਚਿਆਂ ਨੂੰ ਕੁੰਜਾਂ ਛੋੜ ਕੇ ਆ ਜਾਂਦੀਆਂ ਬਰਫੀਲੇ ਇਲਾਕੇ 'ਚੋਂ ਸਾਡੇ ਭਾਰਤ ਇਲਾਕੇ 'ਚ ਅੱਜ ਕੱਲ ਕੁੰਜਾਂ ਪੜੋ ਗੁਰੂ ਪੰਜਵੇਂ ਪਾਤਸ਼ਾਹ ਦਾ ਬਚਨ ਉੜੈ ਉੜ ਆਵੈ ਸੈ ਕੋਸਾ ਸਾਡੇ ਬਾਬਾ ਜੀ ਬੈਠੇ ਆ ਗੁਰਬਾਣੀ ਪੜ੍ਹਦੇ ਇਹਨਾਂ ਨੂੰ ਪਤਾ ਤਿਸ ਪਾਛੈ ਵਚਰੇ ਸ਼ਰਿਆ ਤਨ ਕਵਣ ਖਲਾਵੈ ਕਵਣ ਝਗਾਵੈ ਮਨ ਮੈਂ ਸਿਮਰਨ ਕਰੇ ਉਹਨੂੰ ਕੌਣ ਝਗਾਉਂਦਾ ਕੌਣ ਖੜਾਉਂਦਾ ਉਹ ਕੁੰਜਾਂ ਮਨ 'ਚ ਸਿਮਰਨ ਕਰਦੀਆਂ ਉਹ ਸਿਮਰਨ ਦੇ ਬਲ ਨਾਲ ਉਹਨਾਂ ਨੂੰ ਪ੍ਰਮਾਤਮਾ ਆਪ ਸੰਭਾਲਦਾ ਵੀ ਪਹਾੜਾਂ 'ਚ ਉਹ ਤੈਨੂੰ ਆਪਣੇ ਚਿੰਤਾ ਨਿਆਣਿਆਂ ਦੀ ਵੱਡ ਵੱਡ ਖਾਈ ਜਾਂਦੀ ਕੁੰਜਾਂ ਦੇ ਬੱਚਿਆਂ ਨੂੰ ਸਤਿਗੁਰੂ ਆਪ ਪਾਲਦਾ ਤੈਨੂੰ ਆਪਣੀ ਤੇ ਆਪਣੇ ਨਿਆਣਿਆਂ ਦੀ ਚਿੰਤਾ ਹੀ ਵੱਡ ਵੱਡ ਖਾਈ ਜਾਂਦੀ ਹੈ ਨਾਨਕ ਚਿੰਤਾ ਮਤ ਕਰ ਚਿੰਤਾ ਤਿਸਗੀ ਹੈ ਜਲ ਮੈਂ ਜੰਤੂ ਪਾਏ ਕਹਿ ਤਿਨਾ ਪਿਰੋਜੀ ਦੇ ਤੂੰ ਚਿੰਤਨ ਕਰ ਸਿੱਖ ਬਣ ਕੇ ਉਹਦਾ ਚਿੰਤਨ ਕਰ ਚਿੰਤਾ ਵਾਹਿਗੁਰੂ ਤੇ ਛੱਡ ਤੇਰੀ ਚਿੰਤਾ ਕਰੇ ਭਗਵਾਨ ਤੂੰ ਕਿਉਂ ਕਰਦਾ ਤੂੰ ਕਿਉਂ ਉਹ ਤੇਰੀ ਚਿੰਤਾ ਕਰੇ ਭਗਵਾਨ ਕਰਦਾ ਤੂੰ ਕਿਉਂ ਕਰਦਾ ਤੇਰੀ ਚਿੰਤਾ ਕਰੇ ਭਗਵਾਨ ਤੂੰ ਕਿਉਂ ਕਰਦਾ ਤੂੰ ਕਿਉਂ ਕਰਦਾ ਤੇਰੀ ਚਿੰਤਾ ਕਰੇ ਭਗਵਾਨ ਤੂੰ ਕਿਉਂ ਕਰਦਾ ਤੂੰ ਕਿਉਂ ਕਰਦਾ
ਵਾਹ 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 ਵਾਹ। तेरी चिंता हाँ चिंता जी चिंता करे तू क्यों कर दे जी तेरी चिंता करे भगवान तू क्यों कर दे ओ बंदिया कर दे तेरी चिंता करे भगवान तू क्यों करदा तू क्यों करदा तेरी चिंता करे भगवान तू क्यों करदा तू क्यों करदा करे भगवान तू क्यों कर दे तू क्यों कर दे मेरी चिंता करे भगवान तू क्यों करदा तू क्यों करदा ओ तू क्यों कर दे चिंता तू क्यों कर दे क्यों करदा तू क्यों करदा तू क्यों करदा तू क्यों करदा क्यों कर दे तू क्यों कर दे तू क्यों कर दे तू क्यों कर दे तेरी चिंता जी चिंता करे भगवान तू क्यों कर दे चिंता करे भगवान तू क्यों करदा तू क्यों करदा तेरी चिंता करे भगवान तू क्यों करदा तू क्यों करदा भगवान तू क्यों करदा तू क्यों करदा गुरु जी कहते नानक चिंता मत कर चिंता तिस ही जल में जंत उपाय कह तिना तू रोजी दे तू ਤਾਂ ਧਰਤੀ ਤੇ ਵਸਦਾ ਹੈ ਪ੍ਰithvi ਤੇ ਵਸਦਾ ਹੈ ਉਹ ਤਾਂ ਜਲਾਂ 'ਚ ਰਹਿਣ ਵਾਲੇ ਥਲਾਂ 'ਚ ਰਹਿਣ ਵਾਲੇ ਪਹਾੜਾਂ 'ਚ ਰਹਿਣ ਵਾਲੇ ਉਹਨਾਂ ਕੀੜਿਆਂ ਨੂੰ ਹੀ ਰੋਜੀ ਦੇਈ ਜਾਂਦਾ ਪੱਥਰ ਦੇ ਕੀੜੇ ਨੂੰ ਰੋਜੀ ਦਿੰਦਾ ਪੱਥਰ ਦੇ ਕੀੜੇ ਨੂੰ ਤੈਨੂੰ ਘਰ ਬੈਠੇ ਹੀ ਸੋਹਣੀਆਂ ਬਿਲਡਿੰਗਾਂ ਬਣੀਆਂ ਬੈਡਰੂਮ ਹੈ ਗਰਮ ਠੰਡਾ ਪਾਣੀ ਹੈ ਤੇ ਪਕਵਾਨ ਪੱਕੇ ਪਕਾਏ ਮਿਲਦੇ ਆ ਫਿਰ ਵੀ ਚਿੰਤਾ ਤੈਨੂੰ ਵੱਡ ਵੱਡ ਖਾਈ ਜਾ ਰਹੀ ਭੋਜਨ ਥਾਲ ਪਰੋਸਿਆ ਪਿਆ 5-6 ਕੌਲੀਆਂ ਥਾਲ 'ਚ ਪਰੋਸੀਆਂ ਪਈਆਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਪਏ ਆ ਤੈਨੂੰ ਚਿੰਤਾ ਸ਼ਾਮ ਦੀ ਪੈ ਗਈ ਸ਼ਾਮ ਨੂੰ ਕੀ ਬਣਾਓਗੇ ਤੂੰ ਆਹ ਤਾਂ ਖਾ ਲੈ ਜਿਹੜਾ ਥਾਲਾ ਮੂਹਰੇ ਪਿਆ ਇਹ ਤਾਂ ਛਕ ਲੈ ਤੈਨੂੰ ਸ਼ਾਮ ਦੀ ਚਿੰਤਾ ਵੱਡ ਵੱਡ ਖਾ ਰਹੀ ਹੈ ਸ਼ਾਮ ਨੂੰ ਕੀ ਬਣਾਓਗੇ ਲੈ ਦੱਸੋ ਉਹ ਸਾਰਾ ਦਿਨ ਖਾਣ ਪੀਣ ਤੱਕ ਮਹਦੂਦ ਨੇ ਕਿਤੇ ਇਹ ਵੀ ਕਿਹਾ ਕਿਤੇ ਅੰਮ੍ਰਿਤ ਵੇਲੇ ਕੱਲ ਨੂੰ ਕਿਹੜੀਆਂ ਕਿਹੜੀਆਂ ਬਾਣੀਆਂ ਪੜ੍ਹਦੀਆਂ ਕਦੇ ਕਿਹਾ ਕਹਿੰਦੇ ਅਸੀਂ ਗੁਰੂ ਕਲਗੀਧਰ ਮਹਾਰਾਜ ਸਿੱਖ ਹਾਂ ਕਿਹੜੇ ਪਾਸੋਂ ਸਿੱਖਾਂ ਸੀ ਕਦੇ ਕਿਹਾ ਭਈ ਬੱਚਿਓ ਕੱਲ ਨੂੰ ਆਪਾਂ ਸਵਖਤੇ ਉੱਠਿਓ ਆਪਾਂ ਜਪਜੀ ਸਾਹਿਬ ਦੇ ਪਾਠ ਕਰਦੇ ਆ ਸਾਰਿਆਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸਾਰੇ ਬੱਚਿਆਂ ਨੇ ਰਲ ਕੇ ਕਦੇ ਕਿਹਾ ਘਰ 'ਚ ਕਦੇ ਇਹੋ ਜਿਹਾ ਮਾਹੌਲ ਬਣਿਆ ਨਾ ਜੇ ਬਾਬਾ ਜੀ ਪੁੱਛਣੋ ਤੂੰ ਕੱਲ ਰਹਿ ਰਸਮੇ ਨਹੀਂ ਆਇਆ ਬਈ ਤੇਰੀ ਗੈਰ ਹਾਜ਼ਰੀ ਰੋਜ਼ ਆਉਣਾ ਕਹਿੰਦੇ ਜੀ ਘਰ ਪ੍ਰਾਹੁਣੇ ਆ ਗਏ ਉਹ ਹੱਦ ਹੋ ਗਈ ਪ੍ਰਾਹੁਣੇ ਕਿਹੋ ਜਿਹੇ ਆਏ ਕਹਿੰਦੇ ਜੀ ਪ੍ਰਾਹੁਣੇ ਇਹੋ ਜਿਹੇ ਆਏ ਮੈਨੂੰ ਠੇਕੇ ਵੱਲ ਨੂੰ ਭੇਜਤਾ ਤੇ ਸਾਰੀ ਰਾਤ ਹੀ ਦੌਰ ਚੱਲਦੇ ਰਹੇ ਸ਼ਰਾਬਾਂ ਦੇ ਉਹ ਤੇਰੀ ਰਹਿ ਰਾ ਛਡਾਤੀ ਉਹ ਤੇਰੇ ਕਾਹਦੇ ਪ੍ਰਾਹੁਣੇ ਐ ਜਿਨੇ ਤੇਰਾ ਨਿਤਨੇਮ ਹੀ ਛਡਾਤਾ ਪੁੱਛ ਗੁਰੂ ਪੰਜਵੇਂ ਪਾਤਸ਼ਾਹ ਪਾਸੋਂ ਕਿਸੇ ਪ੍ਰਾਹੁਣੇ ਆਉਣ ਮੇਰੇ ਘਰ ਪ੍ਰਾਹੁਣਾ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਇਹੋ ਜਿਹੇ ਪ੍ਰਾਹੁਣੇ ਮੇਰੇ ਘਰ ਨਿਤ ਆਵਣ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਨਾਮ ਸੰਗ੍ਰਹਿ ਨਾਮੇ ਸੁਣੇ ਨਾਮੇ ਗੁਣ ਗਾਵੋ ਨਾਮ ਦੀ ਗੱਲ ਕਰੇ ਨਾਮ ਦਾ ਸੰਗ੍ਰਹਿ ਕਰੇ ਨਾਮ ਦੇ ਗੁਣ ਗਾਵੇ ਇਹੋ ਜਿਹੇ ਪ੍ਰਾਹੁਣੇ ਨਿਤ ਆਵਣ ਭਾਗਾਂ ਵਾਲਿਆਂ ਦੇ ਘਰ ਆਉਂਦੇ ਇਹੋ ਜਿਹੇ ਪ੍ਰਾਹੁਣੇ ਸੰਤ ਪ੍ਰਾਹੁਣੇ ਗੁਰਸਿੱਖ ਫਿਰ ਜਿਹੜੇ ਘਰ ਇਹੋ ਜਿਹੇ ਪ੍ਰਾਹੁਣੇ ਆ ਜਾਣ ਫਿਰ ਗ੍ਰਹਿ ਧਨ ਸਭ ਪਵਿੱਤਰ ਹੈ ਉਹਦਾ ਘਰ ਵੀ ਪਵਿੱਤਰ ਉਹਦਾ ਧਨ ਵੀ ਪਵਿੱਤਰ ਤੇ ਉਹਦੇ ਪਕਵਾਨ ਵੀ ਪਵਿੱਤਰ ਹੋ ਜਾਣਗੇ ਗ੍ਰਹਿ ਧਨ ਸਭ ਪਵਿੱਤਰ ਹੈ ਹਰ ਕੇ ਗੁਣ ਗਾਵੋ ਜਿੱਥੇ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਹਨ ਧਨ ਵਪਾਰੀ ਨਾਨਕਾ ਬੜ ਭਾਗੀ ਪਾਵੋ ਇਹੋ ਜਿਹੇ ਵਪਾਰੀ ਵੱਡੀਆਂ ਭਾਗਾਂ ਵਾਲਿਆਂ ਨੂੰ ਮਿਲਦੇ ਆ ਪਰ ਮੇਰੀ ਕਲਗੀਧਰ ਮਹਾਰਾਜ ਜੀ ਦਾ ਪਟਨੇ ਸਾਹਿਬ ਆਉਣਾ ਹੋਇਆ ਸਾਰੀ ਧਰਤੀ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਅਸ਼ ਅਸ਼ ਕਰ ਉਠੇ ਦੇਵੀ ਦੇਵਤੇ ਕੱਲ ਚੰਦ ਆਕਾਸੀ ਚੜਿਆ ਸੀ
ਜਿਸ ਕੀਤੀ ਆ ਖੁਸ਼ਹਾਲੀ ਹੈ। ਅੱਜ ਚੜਿਆ ਸੂਰਜ ਭਾਨ ਸੁਬਾ, ਉਸ ਤੇ ਵੀ ਮੁਕਤੀ ਲਾਲੀ ਹੈ। ਅੱਜ ਉਹ ਦਿਹਾੜਾ ਆਇਆ ਹੈ ਜਿਸ ਪ੍ਰਕਾਸ਼ ਦਿਹਾੜਾ ਕਹਿੰਦੇ ਨੇ। ਨਰ ਨਾਰ ਖੁਸ਼ੀ ਚਾਏ ਨੇ ਮਹਾਰਾਜ ਜਗਤੇ ਆਉਂਦੇ। ਭਾਗਾਂ ਵਾਲੀ ਇਹ ਸੰਗਤ, ਭਾਗਾਂ ਵਾਲਾ ਇਹ ਇਲਾਕਾ। ਕੋਈ ਸਮਾਂ ਸੀ ਚੰਦਰ ਨਗਰ 5-5 ਦੀਵਾਨ ਹੁੰਦੇ ਤੁਹਾਡੇ ਚੰਦਰ ਨਗਰ, ਖੁੱਲਾ ਗਰਾਊਂਡ ਹੁੰਦਾ ਸੀ ਇੱਥੇ। ਹੁਣ ਤਾਂ ਸਾਰੇ ਪਲਾਟ ਸਾਹਿਬ ਬੁੱਕ ਹੋ ਗਏ, ਬਿਲਡਿੰਗਾਂ ਬਣ ਗਈਆਂ, ਸਾਰੇ ਖੁੱਲੇ ਘਰ ਹੁੰਦੇ ਸਨ। ਪ੍ਰਧਾਨ ਜੀ ਨੂੰ ਪੁੱਛੋ, ਸਾਡੇ ਕਚਹਿਰੀਆਂ ਵਾਲੇ ਵੀਰ ਜੀ ਜੋ, ਉਹਨਾਂ ਨੂੰ ਪੁੱਛੋ ਕਿੰਨਾ ਆਨੰਦ ਵਰਸਦਾ। ਅਰੇ ਭਾਗਾਂ ਵਾਲੀ ਕਮੇਟੀ ਆ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੋਹ ਸੁਦੀ 7ਵੀਂ ਵਾਲੇ ਦਿਨ, ਕਈ ਅੱਗੇ ਪਿੱਛੇ ਵੀ ਲਾਗੇ ਮਨਾਉਣ ਗੁਰਪੁਰਬ, ਚਲੋ ਵੱਧਦਾ ਹੀ ਵੱਧਦਾ ਲਾਹਾ ਹੀ ਆ ਜਿੰਨਾ ਭਜਨ ਹੋ ਜਾਏ। ਕਈ 5 ਤਰੀਕ ਨੂੰ ਮਨਾ ਲੈਂਦੇ ਆ, ਤੇ ਆਪਾਂ ਪੋਹ ਸੁਦੀ 7ਵੀਂ ਵਾਲਾ ਰੱਖਿਆ ਦਿਨ, ਜਿਸ ਦਿਨ ਪਟਨੇ ਸਾਹਿਬ ਵਿਖੇ ਗੁਰਪੁਰਬ ਮਨਾਇਆ ਜਾਂਦਾ। ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਪੋਹ ਸੁਦੀ 7 ਹਜੂਰ ਦਾ ਪ੍ਰਕਾਸ਼, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨੇ ਸ਼ਹਿਰ ਵਿਖੇ ਭਵ ਲਇਓ। ਮੇਰੇ ਵਾਲਾ ਪ੍ਰੀਤਮ ਜੀ ਆਏ, ਗੋਬਿੰਦ ਰਾਏ ਜੀ ਆਏ, ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ। ਇਹ ਸਾਂਝੇ ਹਨ ਕੁਲ ਦੁਨੀਆ ਦੇ, ਇਹਨਾਂ ਦਾ ਕੋਈ ਵੈਰੀ ਨਹੀਂ। ਜੋ ਆਉਂਦੇ ਖੁਸ਼ੀਆਂ ਵਿੱਚ ਜਾਂਦੇ, ਖਾਲੀ ਕੋ ਜਾਂਦਾ ਖੈਰੀ ਨਹੀਂ। ਫਿਰ ਦੀਨ ਮਜੋ ਦਾ ਸਵਾਲ ਨਹੀਂ, ਸਭ ਸਿੱਧੇ ਰਸਤੇ ਲਾਉਂਦੇ। ਤਕਰੀਬਨ 3 ਦਿਨ ਦਾ ਫਰਕ ਹੈ, 3 ਜਾਂ 4 ਦਿਨ ਦਾ। ਭਾਈ ਸੰਗਤ ਸਿੰਘ ਜੀ ਦਾ, ਭਾਈ ਸੰਗਤ ਸਿੰਘ ਤੇ ਮਹਾਰਾਜ ਜੀ ਦਾ ਸਾਥੀ ਹੈ, ਨਾਲ ਖੇਡਦਾ, ਹਮ ਖਿਆਲੀ ਹਮ ਜਮਾਤੀ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਕਲਾਸ ਫੈਲੋ, ਨਾਲ ਪੜ੍ਹਨ ਵਾਲੇ, ਖੇਡਣ ਵਾਲੇ। ਭਾਈ ਸੰਗਤ ਸਿੰਘ ਜੀ ਨਾਲ ਖੇਡ ਰਹੇ ਆ ਮਹਾਰਾਜ ਜੀ ਦੇ ਨਾਲ, ਚੋਜੀ ਪ੍ਰੀਤਮ ਦੇ ਨਾਲ, ਹੋਰ ਵੀ ਬੱਚੇ ਆ ਸਾਥ। ਮਹਾਰਾਜ ਜੀ ਗੋਦਾਵਰੀ ਤੇ ਇਸ਼ਨਾਨ ਕਰਨ ਗਏ, ਸੱਚੇ ਪਾਤਸ਼ਾਹ ਛੋਟੀ ਉਮਰੇ। ਜਦੋਂ ਇਸ਼ਨਾਨ ਕਰਨ ਗਏ ਨਾ, ਕੁਝ ਬਸਤਰ ਕੀਮਤੀ ਤੇ ਕੁਝ ਗਹਿਣੇ, ਕਲੰਗੀ ਜਿਹੜੀ ਮਹਾਰਾਜ ਤੇ ਸਜਾਉਂਦੇ ਸਨ ਮਾਤਾ ਜੀ ਗੁਜਰ ਰੋਜ਼ ਕਲੰਗੀ, ਉਹ ਵੀ ਉੱਥੇ ਰੱਖ ਕੇ ਬਾਹਰ ਬਸਤਰਾਂ ਤੇ। ਹੁਣ ਸਾਥੀ ਹੈ ਬੱਚੇ, ਇੱਕੋ ਜਿਹੇ ਹੁੰਦੇ, ਭੋਲੇ ਹੁੰਦੇ ਬੱਚੇ। ਉਹ ਕਲਗੀ ਚੁੱਕੀ ਤੇ ਸੰਗਤ ਸਿੰਘ ਨੇ ਆਪਣੇ ਸਿਰ ਤੇ ਬੰਨ ਲਈ, ਐਦਾਂ ਸਜਾ ਲਈ। ਇੰਨੇ ਨੂੰ ਬਾਲਾ ਪ੍ਰੀਤਮ ਜੀ ਬਾਹਰ ਆਏ, ਗੋਬਿੰਦ ਰਾਏ ਜੀ। ਮਹਾਰਾਜ ਜੀ ਕਹਿੰਦੇ, ਸੰਗਤ ਸਿਆਂ ਬਹੁਤ ਸੋਹਣੀ ਲੱਗ ਰਹੀ ਹੈ ਕਲਗੀ, ਤੇਰੇ ਸਿਰ ਤੇ ਬੜੀ ਸੋਹਣੀ ਲੱਗ ਰਹੀ ਹੈ, ਪਰ ਅੱਜ ਨਹੀਂ, ਸਮਾਂ ਆਏਗਾ ਇਹ ਕਲਗੀ ਤੇਰੇ ਸਿਰ ਤੇ ਹੀ ਸਜੇਗੀ, ਤੈਨੂੰ ਦੇਵਾਂਗੇ। ਅਜੇ ਨਹੀਂ, ਵਕਤ ਆਏਗਾ। ਤੇ ਉਹ ਕਲਗੀ ਮਹਾਰਾਜ ਜੀ ਨੇ ਆਪਣੀ ਸੀਸ ਤੇ ਸਜਾਈ, ਤੇ ਨਾਲੇ ਕਹਿੰਦੇ ਆ, ਸੰਗਤ ਸਿਆਂ ਕਾਹਲੀ ਨਾ ਕਰ, ਵਕਤ ਦੀ ਢੀਕ ਕਰ। ਸੰਗਤ ਸਿੰਘ ਦੇ ਨੇਤਰਾਂ ਵਿੱਚੋਂ ਨੀਰ ਆਇਆ। ਭਾਈ ਸੰਗਤ ਜੀ ਕਹਿੰਦੇ, ਮਹਾਰਾਜ ਜੇ ਐਡੀਆਂ ਵੱਡੀਆਂ ਬਖਸ਼ੀਸ਼ਾਂ ਮੇਰੇ ਤੇ ਕਰ ਲੱਗਿਓ ਤਾਂ ਇੱਕ ਕਿਰਪਾ ਹੋਰ ਕਰ ਦਿਓ, ਮੇਰਾ ਕੱਦ ਕਾਠ ਚਿਹਰਾ ਮੋਰਾ ਤੁਹਾਡੇ ਨਾਲ ਹੀ ਮਿਲਣਾ ਚਾਹੀਦਾ, ਇਹ ਕਿਰਪਾ ਕਰ ਦਿਓ। ਗਰੀਬੜਾ ਸਿੱਖ ਸੀ, ਨਿਮਾਣਾ ਸਿੱਖ ਸੀ, ਛੋਟੇ ਘਰਾਣੇ 'ਚ ਛਪਰੀਆਂ 'ਚ ਜਨਮ ਲੈਣ ਵਾਲੇ, ਅੱਜ ਵਡਿਆਈਆਂ ਦੇ ਮਾਲਕ, ਸਤਿਗੁਰੂ ਤਖਤਾਂ ਦੇ ਮਾਲਕ ਵਡਿਆਈਆਂ ਦੇ ਰਹੇ ਆ। ਕਹਿੰਦੇ, ਸੰਗਤ ਸਿਆ ਸੰਸਾ ਨਾ ਕਰ, ਸਾਡੇ ਨਾਲ ਕੱਦ ਕਾਠ ਹੂਬ ਹੂਬ ਚਿਹਰਾ ਮੋਹਰਾ ਮਿਲੇਗਾ, ਤੇਰੇ 'ਚ ਮੇਰੇ 'ਚ ਕੋਈ ਫਰਕ ਨਹੀਂ ਰਹੇਗਾ। ਉਹ ਕਲਗੀ ਫਿਰ ਚਮਕੌਰ ਦੀ ਗੜੀ ਵਿੱਚ ਭਾਈ ਸੰਗਤ ਸਿੰਘ ਦਿੱਤੀ ਆ ਨਾਲ ਤੋੜਾ। ਲੈ ਵੀ ਸੰਗਤ ਸਿਆ, ਉਹ ਸਮਾਂ ਬਚਪਨ ਦਾ ਯਾਦ ਕਰ। ਅੱਜ ਮੈਂ ਕਲਗੀ ਤੋੜਾ ਤੇ ਤੈਨੂੰ ਦੇ ਕੇ ਚੱਲਿਆ, 5 ਪਿਆਰਿਆਂ ਨੂੰ ਪਿਆਰ ਦੇ ਕੇ ਚੱਲਿਆ। ਮਹਾਰਾਜ ਜੀ ਇੱਥੋਂ ਚਮਕੌਰ ਦੀ ਗੜੀ ਤੋਂ ਤਾੜੀ ਮਾਰ ਕੇ ਨਿਕਲਦੇ ਆ। ਫਿਰ ਮਹਾਰਾਜ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ, ਇਹ ਬੜਾ ਲੰਮਾ ਚੌੜਾ ਇਤਿਹਾਸ ਹੈ। ਤੇ ਕਲਗੀਧਰ ਮਹਾਰਾਜ ਜੀ ਐ ਵਡਿਆਈਆਂ ਦਿੰਦੇ ਆਪਣੇ ਸਿੱਖ ਨੂੰ। ਪੜ ਲਓ ਪਿਆਰ ਨਾਲ। ਊਚ ਕਰੇ ਮੇਰਾ ਗੋਬਿੰਦ ਨੀਚੋਂ ਊਚ ਕਰੇ, ਊਚ ਕਰੇ ਮੇਰਾ ਨੀਚੋਂ ਊਚ ਕਰੇ, ਓ ਊਚ ਕਰੇ ਮੇਰਾ ਗੋਬਿੰਦ ਨੀਚੋਂ ਊਚ ਕਰੇ, ਊਚ ਕਰੇ ਮੇਰਾ ਗੋਬਿੰਦ ਨੀਚੋਂ ਊਚ ਕਰੇ, ਊਚ ਓਏ ਊਚ ਕਰੇ ਮੇਰਾ ਗੋਬਿੰਦ ਨੀਚੋਂ, ਨੀਚੋਂ ਊਚ ਕਰੇ, ਨੀਚੋਂ ਊਚ ਕਰੇ, ਓ ਊਚ ਕਰੇ ਮੇਰਾ ਗੋਬਿੰਦ ਨੀਚੋਂ ਊਚ ਕਰੇ, ਊਚ ਕਰੇ ਮੇਰਾ ਗੋਬਿੰਦ ਨੀਚੋਂ ਊਚ ਕਰੇ, ਊਚ ਨੀਚੋਂ ਊਚ ਕਰੇ ਮੇਰਾ ਗੋਬਿੰਦ ਨੀਚੋਂ ਊਚ ਕਰੇ ਮੇਰਾ
ਨੀਚੋਂ ਊਚ ਕਰੇ ਉਹ ਉੱਚ ਕਰੇ ਮੇਰਾ ਗੋਬਿੰਦ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਨੀਚੋਂ ਉੱਚ ਕਰੇ। ਹਾਂਜੀ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮਦੇਵ ਛਿੰਬੇ ਸਨ, ਕਬੀਰ ਜਲਾਹੇ ਸਨ, ਕਬੀਰ ਤਰਲੋਚਨ, ਸਦਨਾ ਕਸਾਈ ਸੀ, ਸਦਨਾ ਸੈਣ ਤਰੈ। ਕਹੋ ਰਵਿਦਾਸ ਨਮਾਣਿਆਂ ਨੂੰ ਮਾਣ ਬਖਸ਼ਦੇ, ਕਹੋ ਰਵਿਦਾਸ ਸੁਨੋਰੇ ਸੰਤੋ, ਹਰ ਜੀਉ ਤੇ ਸਭ ਅਸਰ ਹੈ। ਕਿੰਨੀਆਂ ਬੜਾਈਆਂ ਬਖਸ਼ਦੇ। ਹੁਣ ਆਪਣੇ ਤੇ ਲਾ ਲਓ, ਜੇ ਅਸੀਂ ਪਿੰਡ ਹੁੰਦੇ ਆਪਣੇ ਨਗਰ, ਜਾਂ ਤਾਂ ਮੱਝਾਂ ਗਾਈਆਂ ਚਾਰਦੇ ਰਹਿੰਦੇ, ਜਾਂ ਖੇਤੀ ਪੱਤੀ 'ਚ ਮਿੱਟੀ ਹੋਏ ਰਹਿੰਦੇ, ਰੁਲਦਾ ਫਿਰਦਾ ਸੀ। ਪਰ ਮਹਾਂਪੁਰਸ਼ਾਂ ਨੇ ਚੱਕਿਆ, ਅੱਜ ਤੁਹਾਡੇ ਵਿੱਚ ਵਡਿਆਈਆਂ ਮਿਲ ਪਈਆਂ। ਮਹਾਰਾਜ ਜੀ ਸਿੰਘਾਸਣ ਤੇ ਬੈਠੇ ਆ, ਅਸੀਂ ਤਖਤਾਂ ਦੇ ਮਾਲਕ ਆ, ਦਰ ਤੇ ਉਹਦੀ ਗੋਦ ਵਿੱਚ ਬੈਠੇ, ਕਿੱਡੀਆਂ ਵਡਿਆਈਆਂ ਮਹਾਰਾਜ ਸਾਨੂੰ ਬਖਸ਼ੀਆਂ ਨਿਮਾਣਿਆਂ ਨੇ। ਸੋਚ ਕੇ ਵੇਖੋ ਜਰਾ, ਜੇ ਪਿੰਡਾਂ 'ਚ ਹੁੰਦੇ ਸਾਨੂੰ ਸਾਈਕਲ ਵੀ ਨਹੀਂ ਸੀ ਜੁੜਨਾ, ਅੱਜ ਲੱਖਾਂ ਦੀਆਂ ਗੱਡੀਆਂ ਅੱਗੇ ਪਿੱਛੇ ਸੰਗਤਾਂ ਲਈਆਂ ਫਿਰਦੀਆਂ, ਬਾਹਰਲੇ ਦੇਸ਼ਾਂ 'ਚ ਜਹਾਜ਼ਾਂ 'ਚ ਉੱਡੇ ਫਿਰਦੇ। ਇਹ ਕਿਰਪਾ ਕਿਹਨਾਂ ਦੀ ਹੈ? ਇਹ ਗੁਰੂ ਸ਼ਬਦ ਗੁਰੂ ਕਲਗੀਧਰ ਮਹਾਰਾਜ ਦੀ ਕਿਰਪਾ। ਜੇ ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੁੰਦਾ, ਸ਼ਬਦ ਦਾ ਪ੍ਰਕਾਸ਼ ਨਾ ਹੁੰਦਾ, ਇੱਥੇ ਪੰਜ ਭੈਣੀਆਂ ਨੂੰ ਕਿਹਨੇ ਪੁੱਛਣਾ ਸੀ? ਇਹ ਸਭ ਬੜਾਈਆਂ ਮੇਰੇ ਮਾਲਕ ਦੀਆਂ। ਕਹਿ ਦੋ ਸਤਨਾਮ ਸ੍ਰੀ ਵਾਹਿ। ਪੌੜੀ ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀ। ਕਾਦਰ ਕਰੀ ਬੇਦੀਆਂ ਰੇ ਜਿਗ ਸੁਭਾਏ, ਭਾਈ ਕਾਰ ਕਮਾਵਣੇ। ਕਾਰ ਕਮਾਵਣੀ ਛੋਟੀ ਚਿੰਨ੍ਹ ਪਾਏ, ਨਾਨਕ ਏਕੀ ਬਾਹਰੀ। ਨਾਨਕ ਏਕੀ ਵਾਰੀ, ਦੂਜੀ ਨਾਹੀ ਜਾਏ, ਠੋਕਰੇ ਜਿਤ ਸੈਰ ਜਾਏ। ਸ਼ੁੱਧ ਸਤਨਾਮ ਸ੍ਰੀ ਵਾਹਿ। ਫਿਰ ਕਹਿ ਦੋ ਸਤਨਾਮ ਸ੍ਰੀ ਵਾਹਿ। ਆਪ ਜੀ ਨੂੰ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਕੀ ਬੇਅੰਤ ਵਧਾਈਆਂ ਹੋਣ। ਆਪ ਸਭ ਵਧਾਈਆਂ ਦੇ ਪਾਤਰ ਹੋ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗਿਆ ਗੁਰਸਿੱਖਾਂ ਮਨ ਮਿੱਠਾ। ਹਰ ਦਰਗਹਿ ਗੁਰਸਿੱਖ ਪੈਨਾਈ ਹੈ, ਜਿਨ ਮੇਰਾ ਸਤਿਗੁਰ ਤੁਠਾ। ਜਨ ਨਾਨਕ ਹਰ ਹਰ ਹੋਇਆ, ਹਰ ਹਰ ਮਨ ਮੱਠਾ। ਇਤਨੀ ਹਾਜ਼ਰੀ ਪ੍ਰਵਾਨ ਕਰੋ, ਫਿਰ ਸਮਾਰਿਆ ਜ਼ਿੰਦਗੀ ਦੀ ਤੁਹਾਡੇ ਖੁੱਲੇ ਦਰਸ਼ਨ ਕਰਾਂਗੇ। ਕਿਉਂਕਿ ਅੱਗੇ ਮੈਂ ਨਗਰ ਕੀਰਤਨ ਤੇ ਜਾਣਾ, ਉੱਥੇ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ, ਮਹੱਲਾ ਕੱਢਣਾ ਸੰਗਤਾਂ ਨੇ, ਹਾਜ਼ਰੀ ਲਵਾਉਣੀ ਜ਼ਰੂਰੀ ਹੈ। ਆਪ ਜੀ ਨੂੰ ਥੋੜਾ ਸਮਾਂ ਬਹੁਤਾ ਕਰਕੇ ਜਾਣਨਾ। ਅਗਲਾ ਸਮਾਂ ਸਾਡੇ ਬਾਬਾ ਜੀ ਗੁਰੂ ਕੀ ਹਜ਼ੂਰੀ ਵਿੱਚ ਆਨੰਦ ਸਾਹਿਬ ਦਾ ਪਾਠ ਜਾਂ ਬਾਬਾ ਜੀ ਮਹਾਂਪੁਰਖ ਕਰਨਗੇ ਕੋਈ ਸਭਾ ਨਿਹਾਲ ਸੰਗਤਾਂ ਨੂੰ। ਤੇ ਇਸ ਤਰ੍ਹਾਂ ਸੰਗਤਾਂ ਜੁੜੀਆਂ ਰਹਿਣ, ਸਤਿਗੁਰ ਦਾ ਸਤਿਕਾਰ ਅਦਬ ਰੱਖਿਓ, ਕਿਉਂਕਿ ਸਾਡੀ ਮਜਬੂਰੀ ਹੈ, ਸਫ਼ਰ ਲੰਮਾ ਹੈ।
ਸੋ ਆਓ ਹੋਈ ਭੁੱਲ ਖਿਮਾ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਤੇ ਕਲਗੀਧਰ ਮਹਾਰਾਜ ਜੀ ਦਾ ਗੁਰਪੁਰਬ ਹੈ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਗ ਤੇ ਫਤਿਹ। ਦੇਗ ਤੇ ਫਤਿਹ। ਪੰਥ ਕੀ ਜੀਤ। ਪੰਥ ਕੀ ਜੀਤ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬਹੁਤ ਸਤਿਕਾਰਯੋਗ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ, ਜਿਨ੍ਹਾਂ ਨੇ ਆਪ ਜੀ ਦੇ ਰੂਬਰੂ ਹੋ ਕੇ ਬੜੇ ਹੀ ਵਿਰਾਗਮਈ ਤਰੀਕੇ ਦੇ ਨਾਲ ਵਿੱਚੋਂ ਵਧੀਆ ਵੀ ਉਹਨਾਂ ਨੇ ਗੁਰੂ ਦਾ ਇਤਿਹਾਸ ਸੁਣਾਇਆ। ਅਸੀਂ ਸਾਰੀ ਸੰਗਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਗੁਰਦੁਆਰਾ ਦਸ਼ਮੇਸ਼ ਪਿਤਾ ਚੰਦਰ ਨਗਰ, ਗੁਰਦੁਆਰਾ ਅਕਾਲ ਮੰਡਲ ਸਾਹਿਬ, ਗੁਰਦੁਆਰਾ ਗੁਰੂ ਹਰਕ੍ਰਿਸ਼ਨ ਜੀ ਪ੍ਰੀਤਮ ਨਗਰ, ਸਾਰੇ ਬਾਬਾ ਜੀ ਦਾ ਜੀ ਆਇਆਂ ਕਹਿੰਦੀ ਹੈ ਸਾਰੀ ਸੰਗਤ। ਸੋ ਹੁਣ ਸੰਤ ਬਾਬਾ ਜੀ ਨੂੰ ਪੰਜ ਭੈਣੀਆਂ ਵਾਲੇ ਜੀ ਨੂੰ ਸਰਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਸਰੋਪਾ ਦੇ ਕੇ ਸਨਮਾਨਿਤ ਕਰਨਗੇ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਹੁਣ ਤੁਹਾਨੂੰ ਅੱਧੇ ਘੰਟੇ ਵਾਸਤੇ 2 ਵਜੇ ਪੂਰੀ ਸਮਾਪਤੀ ਹੈ। ਪੌਣੇ 2 ਵਜੇ ਤੱਕ ਸੰਤ ਬਾਬਾ ਸਤਨਾਮ ਸਿੰਘ ਜੀ ਅਕਾਲ ਮੰਡਲ ਸਾਹਿਬ ਵਾਲੇ ਉਹ ਕਥਾ ਤੁਹਾਨੂੰ ਸੁਣਾ ਕੇ ਨਿਹਾਲ ਕਰਨਗੇ। ਸੰਤ ਬਾਬਾ ਸਤਨਾਮ ਸਿੰਘ ਜੀ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸਰਬੱਤ ਗੁਰੂ ਕੀ ਸੰਗਤ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਅੱਜ 10ਵੇਂ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਭਗਤ ਨਾਮਦੇਵ ਕਲੋਨੀ ਵਿਖੇ ਇਕੱਤਰ ਹੋ ਕੇ ਮਨਾ ਰਹੇ ਹਾਂ। ਸਰਬੱਤ ਗੁਰੂ ਕੀ ਸੰਗਤ ਜਿਤਨੀ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜੀ ਬੈਠੀ ਹੈ, ਮਨ ਚਿੱਤ ਬਿਰਤੀ ਇਕਾਗਰ ਕਰਕੇ ਪ੍ਰੇਮ ਨਾਲ ਆਖੋ ਸਤਨਾਮ ਸ਼੍ਰੀ। ਸਾਧ ਸੰਗਤ ਜੀ ਸਾਰੇ ਬੋਲਣ ਦੀ ਕਿਰਪਾਲਤਾ ਕਰੋ। ਇਹ ਨਹੀਂ ਵੀ ਜਿਹੜੇ ਅੱਗੇ ਅੱਗੇ ਬੈਠੇ ਉਹਨਾਂ ਬੋਲਣਾ, ਮਗਰਲਿਆਂ ਨੇ ਬੋਲਣਾ ਨਹੀਂ। ਪ੍ਰਾਣੀ ਤੂੰ ਆਇਆ ਲਾਹਾ ਲੈਣ। ਅਸੀਂ ਗੁਰੂ ਕੀ ਸੰਗਤ ਵਿੱਚ, ਗੁਰੂ ਕੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹਾਂ ਲਾਹਾ ਖੱਟਣ ਵਾਸਤੇ। ਵਕਤਾ ਜਦੋਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਹੈ ਵੀ ਭਾਈ ਪ੍ਰੇਮ ਨਾਲ ਆਖੋ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ। ਇਸ ਦਾ ਮਤਲਬ ਹੁੰਦਾ ਵੀ ਆਪ ਸਾਰੇ ਸਾਵਧਾਨ ਹੋ ਕਰਕੇ
गुरु की हजूरी विच जुड़ बैठे हो। और जो भी वक्ता भावें रागी सिंह कीर्तन करे, मेरे वर्गिਆਂ ने मतलब ध्यान विच मगन हो के सरवण कीता है, ताकि वो सारियां गल्लां आप पल्ले बन सको, गठ बन सको। प्राचीन रिवाज से बदों बंदा पिंडों शहर जाता सी ना, जिन्ने काम सुमाणी ने कहने भाई फलाना काम करके आना, उन्हें गठ बन लेनी परने नाल। एक गल हो गई, एक काम हो गया। जिन्ने काम उन्नियां गठा उन्हें बन लैनियां। जो जो उन्हें काम करी जाना तो गठ परने दी के खोली जानी, साफे की गठ खोली जानी। आ भी हो गया, आ भी हो गया। जिहड़ा काम नहीं होना उन्हें गठ ना खोलनी। एक याद करन दा ढंग तरीका भी पल्ले बन लो, ताकि तुहाडा जिहड़ा आना गुरु के दरबार में सफला होवे। गुरु के दिहाड़े मनाने, निरा एकत्र होकर वन सुवने पदार्थ छक लैणे, ये मतलब नहीं है कल्ला। ना ना, जो गुरु साहब ने सानू संदेश दिता है, जिस रस्ते सानू तोरिया है, असी ये आपा भी पचोलना है भी असी किन्ना क गुरु साहब की गल नूं मनदे पए हैं, किन्ना क असी गुरु का वचन कमा रहे हैं, किन्ना असी उस राह ते तुरदे पे हैं जिथे सानू गुरु ने तोरिया है, सानू तुर के विखाया है। जीवन जाच सानू करड़ी तो करड़ी घालना, अपने जीवन काल विच घाल के सानू विखाई है भी किद्दां जीवन जीवना है। सब तो पहले आद गुरु नानक पहला बाबे पाया बख्शदार, पिछों दे फिर घाल कमाई, रेत अक हार कर रोड़ा दी गुर करी विछाई। माफ करना, जो गुरु नानक साहब इस धरती लुकाई दी सुधाई वास्ते चले ने, जिहड़े भुल्ले भटके परमात्मा नूं भुल के अपना नाम जपाउण दे सी, उस राह ते तुरन दा ढकवंज करदे पए सी सज्जन ठग वर्गे, नूर शाह वर्गे। जदों इहो जिहां नूं सुधारन वास्ते चले ने ते गुरु साहब वास्ते कोई अज ते सानूं जगह जगह होटल मिल जांदे ने कमरे ते। उस जमाने च सरावां हुंदियां सी, पर व्यवस्था इन्नी नहीं सी हुंदी जिन्नी अजकल सानू घर वर्गे सुख मिलते हैं। तो जंगलों च रहे गुरु साहब, भुखे रहे किन्ने किन्ने दिन, पैदल चले किन्ने किन्ने दिन, ते केवल उस परमात्मा का नाम दृढ़ करवाउण वास्ते इस लुकाई में तपस्या तप कोई कारज एवं सिरे नहीं चढ़ता, उहदे वास्ते तप करना पैंदा। अज साडे वीर दिल्ली मोर्चा गड्ड के बैठे ने, तप करते पे ने अपने हकों वास्ते, गलत कानूनां नूं वापस करने वास्ते तप करते पे ने। छोटे छोटे बच्चे, बजुर्ग, मातावां, भैणां, बजुर्ग, बाबे, जवान बच्चे, जिन्हां नूं नशेड़ी कहा जाता है। पंजाब तां उड़ता पंजाब हो गया, ते नशे विच उड्डे पे ने, वो भी उत्थे सेवा करते पे ने। सो तपस्या जिहड़ी ये जीवन जाच, ये सानू गुरु नानक साहब ने सिखाई है। क्योंकि जो सतगुर इस मात लोक विच आए ने, ते उन्होंने आके युग पलटा दिता है। एक आम प्रचलित मनुखी सिद्धा जीवन जाच जिहड़ी कि समय दे बादशाह वालों दास जियो पिंड सब, कहो नानक साहब तेरी वडियाई, कोई नाओ ना मेरा वाहिगुरु। बोलना जी सतनाम श्री वाहिगुरु 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 साहब जी। अरदास बेनती ओंकार। श्री वाहिगुरु जी की फतेह। श्री भगवती जी सुहाए वार। श्री भगवती जी की पातशाह दसवीं प्रथम भगवती सिमर के गुरु नानक लई धियाए, फिर अंगद गुरु ते अमरदास हो रामदास होना जी सुहाई। अर्जन हरगोबिंद नो सिमरो श्री हराए। श्री हरकृष्ण जी ध्याए, जे डिठे शब्द जाए। तेग बहादुर जी सिमरे आए, घर नौन दियावे धाए। सब थाई हुई सुहाए, दसवें पातशाह गुरु गोबिंद सिंह साहिब जी महाराज। सब थाई हुई सुहाए, दसां पातशाह जोत। धन धन साहिब श्री गुरु ग्रंथ साहिब महाराज जी पाठ। दर्शन दीदार दा ध्यान तर खालसा साहिब बोलो जी। गुरु साहिब जी साजन वाजे पंज प्यारे, चार साहिबजादे 40 मुक्तियां हट्ठियां जपियां तपियां। जिन्हां नाम जपिया वन छकिया, देख चलाही तेग वाही, देख के अनरठ कीता तिना प्यारियां।
ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੂ ਸੀਸ ਦਿੱਤੇ, ਬੰਦ ਕਟਵਾਏ, ਖੋਪੜੇ ਲੁਹਾਈਆਂ, ਚਰਖੜੀਆਂ ਚੜੇ ਤਾਂ ਨਾਰ ਨਾ ਚੁਰਵਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਸਾਹਿਬ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾ ਖਾਲਸਾ ਜੀ ਸਾਹਿਬ ਤਹਾਂ ਦਾ ਰਸ਼ਿਆ ਰਵਾਇਤ ਦੇਗ ਤੇਗ ਫਤਿਹ। ਵਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ। ਖਾਲਸਾ ਸਾਹਿਬ ਜੀ ਕੇ ਬੋਲ ਵਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈ ਜੈਕਾਰ ਖਾਲਸਾ ਸਾਹਿਬ ਬੋਲੋ ਜੀ। ਆਪ ਜੀ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦੇ ਰਾਖੇ ਆਪ। ਵਾਹਿਗੁਰੂ ਹੈ ਅਕਾਲ ਪੁਰਖ ਵਾਹਿਗੁਰੂ ਜੀਓ। ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੋ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪੰਥ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਣ, ਨਿਉਟਿਆਂ ਦੀ ਓਟ, ਨਿਆਸੋਂ ਕੇ ਆਸਰੇ ਹਾਜ਼ਰਾ ਹਜੂਰ। ਯਹਰਾ ਜ਼ਹੂਰ ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ ਯੁਗੋ ਯੁਗ ਅਟਲ। ਦਸਾਂ ਪਾਤਸ਼ਾਹ ਜਗਦੀ ਜੋਤ ਆਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਧੀਏ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਫਰਮਾਨਾਂ ਨੂੰ ਪ੍ਰਗਟਿਓ ਮਰਦ ਅਗੰਮੜਾ ਭਰਿਆਮ ਅਕੇਲਾ। ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕਾਂ ਅਨੁਸਾਰ ਦਸਵੇਂ ਪਾਤਸ਼ਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਟੀਆਂ ਆਵਾਜ਼ਾਂ ਵਾਲੇ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਵਤਾਰ ਘਰ ਦੀਆਂ ਖੁਸ਼ੀਆਂ ਅੰਦਰ ਮਹਾਰਾਜ ਸਮੂਹ ਸਾਧ ਸੰਗਤਾਂ ਵੱਲੋਂ ਪਰਸੋਂ ਰੋਤ ਮਹਾਰਾਜ ਜੀ ਆਪ ਜੀ ਓਟ ਤਿਆਸ ਲੈ ਕੇ ਤੁਰਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ ਜੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਆਪ ਜੀ ਮਿਹਰ ਨਾਲ ਮਹਾਰਾਜ ਦੇ ਵਿਗਤ ਸਹਿ ਸਮਾਪਤੀ ਹੋਈ ਹੈ। ਪ੍ਰੰਤ ਮਹਾਰਾਜ ਇਲਾਹੀ ਰੱਬੀ ਬਣ ਦੇ ਕੀਰਤਨ ਦੀਵਾਨ ਸਜੇ ਹਨ। ਆਪ ਜੀ ਦੇ ਪਾਵਨ ਦੀਵਾਨਾਂ ਵਿੱਚ ਮਹਾਰਾਜ ਇਲਾਹੀ ਰੱਬੀ ਬਣ ਦੇ ਕੀਰਤਨਾਂ ਕਥਾ ਵਿਚਾਰਾਂ ਹੋਈਆਂ ਹਨ। ਆਪ ਜੀ ਨੇ ਕਿਰਪਾ ਕਰਨੀ ਪਾਤਸ਼ਾਹ ਜੀ ਉਪੜੀ ਸੁਣੀ ਗੁਰਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ। ਸਤਿਗੁਰੂ ਜੀ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਮਹਾਰਾਜ ਜੀ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਹਨ। ਆਪ ਜੀ ਨੇ ਬਖਸ਼ਣਾ ਗਾਂ ਤੋਂ ਸਿਰ ਮੇਰਾ ਭਰਿਆ ਹੱਥ ਰੱਖ ਕੇ ਸੋਤੇ ਇਸ ਪਰ ਗੁਰਬਾਣੀ ਪੜਨ ਦਾ, ਆਪ ਜੀਆਂ ਦੀ ਹਜ਼ੂਰੀ ਅੰਦਰ ਮਹਾਰਾਜ ਕੀਰਤਨ ਕਰਨ ਦਾ, ਕਥਾ ਵਿਚਾਰਾਂ ਕਰਨ ਦਾ ਬਲ ਬਖਸ਼ਿਸ਼ ਕਰਨਾ। ਬੇਅੰਤ ਸੰਗਤਾਂ ਵੱਲੋਂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਤਾਰ ਘਰ ਦੀਆਂ ਖੁਸ਼ੀਆਂ ਅੰਦਰ ਬੇਅੰਤ ਸੇਵਾਵਾਂ ਕੀਤੀਆਂ ਹਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਸਾਰੀਆਂ ਸੰਗਤਾਂ ਸੇ ਸਹਾਈ ਹੋਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਹਾਜ਼ੀਆਂ ਭਰ ਰਹੀਆਂ ਸਰਬਤ ਸੰਗਤਾਂ ਅੰਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਆਪ ਜੀ ਪਾਵਨ ਹਜ਼ੂਰੀ ਅੰਦਰ ਮਹਾਰਾਜ ਜੀ ਸੰਗਤਾਂ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੇ ਸਜਾ ਕੇ ਹਾਜ਼ਰ ਕੀਤੀ ਹੈ। ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਹਨ। ਆਪ ਜੀ ਦਰ ਤੇ ਪ੍ਰਵਾਨ ਕਰੋ। ਪ੍ਰਵਾਨ ਹੈ ਗੁਰੂ ਕੀ ਦੇਗ, ਗੁਰੂ ਕੇ ਲੰਗਰ ਸਰਬੱਤ ਸੰਗਤ ਵੀ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ। ਮਹਾਰਾਜ ਜੀ ਬੇਅੰਤ ਅਰਦਾਸ ਭੇਟਾ ਸੰਗਤਾਂ ਵੱਲੋਂ ਹਾਜ਼ਰ ਹੋਈਏ। ਖਜ਼ਾਨੇ ਭਰਪੂਰ ਕਰਨੇ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ। ਪਾਤਸ਼ਾਹ ਜੀ ਕਰੋ ਕਿਰਪਾ, ਦਰੋ ਕਰੋ ਪਾਵਨ ਪਵਿੱਤਰ ਹੁਕਮਨਾਮੇ ਸਾਹਿਬ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਨਦਰੀ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀਆ ਕਾਲ ਕੀ, ਤਬੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਝ ਹੈ। ਖੋਜ ਸ਼ਬਦ में राज करेगा खालसा, आकी रहे ना खुआर हुए सा मिलेंगे। बचे शरण जो
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ, ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ, ਭਾਰੇ ਉਤਾਰਨ ਬੁਲਹੇ ਸੋ ਨਿਹਾਲ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਧਰਮਾਂਗੀ ਠਾਂਡੇ ਦਰਬਾਰ, ਤੁਧ ਬਿਨ ਸੁਰਤ ਕਰੇ ਪਉ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸ਼ ਕੁਰਸੋ ਚਟ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ, ਸਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦੇ ਸਾ, ਜਿਸ ਪਾਸ ਬੈਠਿਆ ਸੋਈ ਹੈ। ਸਭਨਾ ਦਾ ਵੇਸਾਹੋ, ਜਿਸ ਪਾਸ ਬੈਠਿਆ ਸੋਈ ਹੈ। ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜੇਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਕੋਟ ਅਪਰਾਧ ਹਮਾਰੇ ਖੰਡਾਓ, ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ।
तुमरी शरण तुम्हारी आशा, तुम ही सजन सुहेले। राखो राखनहार दयाला, नानक घर के गोले। वाहिगुरु जी का खालसा, वाहिगुरु जी की फतेह। ਚਵਰ ਛਤਰ ਦੇ ਮਾਲਕ, ਦਸਾਂ ਪਾਤਸ਼ਾਹਾਂ ਦੀਆਂ ਜਾਗਦੀ ਜੋਤ, ਜਹਰਾ ਜਹੂਰ ਸਰਬ ਕਲਾ ਭਰਪੂਰ, ਬਾਣੀ ਕੇ ਬਹੁਤ ਹਾਜ਼ਰ ਨਾਜ਼ਰ। ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਾਰਿਆਂ ਨੇ ਫਤਿਹ ਦੀ ਸਾਂਝ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਆਪ ਬੜੇ ਵੱਡੇ ਭਾਗਾਂ ਵਾਲੇ ਹੋ। ਵੇਖੋ ਅੱਜ ਕਿੰਨਾ ਆਨੰਦ ਆਇਆ ਹੈ ਸਾਰੀਆਂ ਸੰਗਤਾਂ ਨੂੰ। ਸੰਤ ਬਾਬਾ ਅਮਰੀਕ ਸਿੰਘ ਜੀ ਜਿਹੜੇ ਤੁਹਾਨੂੰ ਬੜੇ ਪਿਆਰੇ ਸ਼ਬਦਾਂ ਨਾਲ ਕੀਰਤਨ ਸੁਣਾ ਗਏ ਨੇ, ਤੇ ਉਸ ਤੋਂ ਬਾਅਦ ਸੰਤ ਬਾਬਾ ਸਤਨਾਮ ਸਿੰਘ ਜੀ ਜੋ ਤੁਹਾਡੇ ਸਾਹਮਣੇ ਬੈਠੇ ਨੇ, ਉਹਨਾਂ ਨੇ ਤੁਹਾਨੂੰ ਕਿੱਡਾ ਵਧੀਆ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਤੇ ਨਾਲੋਂ ਨਾਲ ਉਹਨਾਂ ਨੇ ਤੁਹਾਨੂੰ ਜੋ ਕਿਹਾ ਹੈ ਉਹਦੇ ਤੇ ਅਮਲ ਵੀ ਕਰਨ ਵਾਸਤੇ ਤੁਹਾਨੂੰ ਕਿਹਾ। ਪਿਆਰੀ ਸਾਧ ਸੰਗਤ ਜੀ, ਅੱਜ ਉਸ ਕਲਗੀਆਂ ਵਾਲੇ ਪਾਤਸ਼ਾਹ ਦਾ ਅਵਤਾਰ ਪੁਰਬ ਹੈ, ਜਿਹਦੀ ਸਦਕਾ ਅਸੀਂ ਸਾਰੇ ਇੱਥੇ ਬੈਠੇ ਹਾਂ। ਅੱਜ ਸਾਰੇ ਧਰਮਾਂ ਦੇ ਲੋਕ, ਸਿਰਫ ਗੁਰੂ ਗੋਬਿੰਦ ਸਿੰਘ ਦੀ ਜੋ ਦੇਣ ਹੈ, ਉਹ ਸਾਰੇ ਧਰਮਾਂ ਦੇ ਲੋਕ ਅੱਜ ਇੱਥੇ ਰਲ ਮਿਲ ਕੇ ਬੈਠੇ ਆ। ਕਿਆ ਹਿੰਦੂ, ਕਿਆ ਮੁਸਲਮਾਨ, ਕੋਈ ਸਿੱਖ, ਈਸਾਈ, ਸਾਰੇ ਇਸੇ ਕਰਕੇ ਉਸ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਆ, ਆਪਣਾ ਸਾਰਾ ਸਰਬੰਸ ਵਾਰਿਆ, ਸਾਰਾ ਕੁਝ ਵਾਰ ਕੇ ਇੱਕ ਆਪਣੇ ਸਾਰੀ ਦੁਨੀਆ ਵਾਸਤੇ, ਸਾਰੇ ਸੰਸਾਰ ਵਾਸਤੇ, ਧਰਮ ਨੂੰ ਬਚਾਉਣ ਵਾਸਤੇ ਸਾਰਿਆਂ ਦਾ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਆਪ ਸਾਰੇ ਜਾਣਦੇ ਹੋ, ਕਿਉਂਕਿ ਸਮਾਂ ਹੋ ਚੁੱਕਾ ਹੈ, ਜ਼ਿਆਦਾ ਨਹੀਂ ਕਰਨਾ, ਵਿਸਤਾਰ ਨਾਲ ਆਪਾਂ ਦੱਸਣਾ। ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਧੰਤਾ ਦੇ ਯੋਗ ਹੋ, ਸਾਰਿਆਂ ਨੂੰ ਜੀ ਆਇਆਂ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਇੱਥੇ ਆ ਕੇ ਪਹੁੰਚ ਕੇ ਹਾਜ਼ਰੀ ਭਰੀ ਹੈ। ਇਸੇ ਤਰ੍ਹਾਂ ਪਿਆਰੀ ਸੰਗਤਾਂ ਅੱਗੇ ਬੇਨਤੀ ਹੈ ਜੀ, 10 ਫਰਵਰੀ ਨੂੰ ਗੁਰਦੁਆਰਾ ਅਕਾਲ ਭੱਟੀਆਂ ਜੋ ਮਾਛੀਵਾੜਾ ਦੇ ਕੋਲ ਹੈ, ਅਰਾਕ ਭੱਟੀਆਂ, ਉੱਥੇ ਸੰਤਾਂ ਦਾ ਡੇਰਾ ਹੈ ਸੰਤ ਬਾਬਾ ਅਮਰੀਕ ਸਿੰਘ ਜੀ ਦਾ। ਉਹਨਾਂ ਨੇ 10 ਫਰਵਰੀ ਨੂੰ ਸੰਤ ਬਾਬਾ ਨਾਜਰ ਸਿੰਘ ਜੀ ਮਲੂਕੇ ਵਾਲੇ ਜਿਹੜੇ ਹੋਏ ਨੇ, ਉਹਨਾਂ ਦੀ ਬਰਸੀ ਹਰ ਸਾਲ ਮਨਾਉਂਦੇ ਨੇ। ਉਹਨਾਂ ਇਸੇ ਸਾਲ ਵੀ 10 ਫਰਵਰੀ ਦੀ ਬਰਸੀ ਹੈ। ਸਾਰੀ ਸੰਗਤ ਨੂੰ ਕਹਿ ਕੇ ਗਏ ਨੇ, ਸਾਰੀ ਸੰਗਤ ਨੇ ਉੱਥੇ ਪਹੁੰਚਣਾ ਹੁਮਾ ਆ ਕੇ। ਦੂਸਰੀ ਬੇਨਤੀ ਹੈ ਕਿ ਗੁਰਦੁਆਰਾ ਅਕਾਲ ਮੰਡਲ ਸਾਹਿਬ ਜੋ ਸੰਤ ਬੈਠੇ ਹਨ, ਜੋ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਵੀ ਆਇਆ ਹਾਂ, ਸੰਤ ਵੀ ਆਏ ਨੇ, ਭਈ ਤੁਸੀਂ ਵੀ ਜਾਓ। ਸੰਤ ਜ਼ਰੂਰ, ਸੰਤਾਂ ਦਾ ਭਾਈ ਕਹਿਣਾ ਮੰਨਣਾ ਤੁਸੀਂ, ਕਿਉਂਕਿ ਸੰਤ ਬਹੁਤ ਰੱਬ ਦੇ ਰੂਪ ਹੁੰਦੇ ਸਾਰੇ। ਤੁਹਾਨੂੰ ਪਤਾ, ਤੁਸੀਂ ਰੋਜ਼ ਪੜ੍ਹਦੇ ਹੋ ਸੁਖਮਨੀ ਸਾਹਿਬ ਦੇ ਵਿੱਚ। ਤੋ ਪਿਆਰੀ ਸਾਧ ਸੰਗਤ ਜੀ, ਸੰਤਾਂ ਦਾ ਜੋ ਕਿਹਾ ਉਹ ਸੱਚ ਵੀ ਹੋ ਜਾਂਦਾ ਹੈ। ਸੋ ਸੰਤਾਂ ਦਾ ਦਰਸ਼ਨ ਤੁਸੀਂ ਕੀਤਾ, ਇੱਕ ਨਹੀਂ 2 ਸੰਤਾਂ ਦਾ। ਤੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਕੋਟ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਤੁਹਾਨੂੰ ਦਰਸ਼ਨ ਦਿੱਤੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਔਰ ਪਿਆਰੀ ਸਾਧ ਸੰਗਤ ਜੀ, ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ, ਅਸੀਂ ਬਾਹਰ ਵੀ ਲਿਖ ਕੇ ਲਾਇਆ ਕਿ ਜਰਾਬਾਂ ਪਾ ਕੇ ਅੰਦਰ ਨਾ ਆਓ ਜੀ, ਸਿਰ ਢੱਕ ਕੇ ਆਓ। ਪਿਆਰੀ ਸਾਧ ਸੰਗਤ ਜੀ, ਕਈਆਂ ਨੇ ਗੁੱਸਾ ਵੀ ਕੀਤਾ, ਪਰ ਨਹੀਂ, ਇਹ ਗੁਰੂ ਦਾ ਦਰਬਾਰ ਹੈ। ਚਾਹੇ ਸੰਤ ਜੀ ਬੈਠੇ ਨੇ ਸਾਡੇ ਤੋਂ ਬਹੁਤ, ਅਸੀਂ ਇਹਨਾਂ ਦਾ ਕੀ ਬਰਾਬਰੀ ਕਰ ਸਕਦੇ ਆ। ਇਹਨਾਂ ਦੇ ਵੀ ਦਰਬਾਰ ਵਿੱਚ ਕੋਈ ਜਰਾਬਾਂ ਪਾ ਕੇ ਨਹੀਂ ਜਾ ਸਕਦਾ। ਜੇ ਤੁਸੀਂ ਜਾ ਕੇ ਦੁੱਖ ਨਿਵਾਰਨ ਜਾਓ, ਜਾਂ ਤੁਸੀਂ ਹਰਿਮੰਦਰ ਸਾਹਿਬ ਜਾਓ, ਤੁਹਾਡੇ ਸਾਹਮਣੇ ਉਹ ਖੜੇ ਹੁੰਦੇ ਨੇ, ਭਈ ਨਹੀਂ ਪੈਰ ਧੋ ਕੇ ਅੰਦਰ ਜਾਣਾ, ਭਈ ਸਾਰੇ ਜਾਣਦੇ ਨੇ। ਤੇ ਅਸੀਂ ਕਹਿੰਦੇ ਆ ਵੀ ਜਰਾਬਾਂ ਤਾਰੋ, ਤੇ ਥੋੜਾ ਜਿਹਾ ਗੁੱਸਾ ਕਰਦੇ ਨੇ। ਨਹੀਂ ਸੰਗਤ ਜੀ, ਗੁਰੂ ਦੇ ਕੋਲ ਆਉਣਾ ਤੇ ਜਰਾਬਾਂ ਤਾਰ ਕੇ ਆਉਣਾ। ਜਿਹੜੀ ਇਹ ਜੁੱਤੀ ਦੇ ਵਿੱਚ ਆਪਾਂ ਜਰਾਬਾਂ ਪਾਉਂਦੇ ਆ ਨਾ, ਉਹ ਬਹੁਤ ਗਲਤ ਕੰਮ ਹੁੰਦਾ। ਸਾਰੇ ਜਰਾਬਾਂ ਤਾਰ ਕੇ ਗੁਰੂ ਦੀ ਹਾਜ਼ਰੀ ਭਰਿਆ ਕਰੋ। ਸੋ ਪਿਆਰੀ ਸਾਧ ਸੰਗਤ ਜੀ, ਇਹ ਗੁੱਸਾ ਨਹੀਂ ਕਰਨਾ, ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਸਿਰ ਢੱਕ ਕੇ ਆਉਣਾ। ਹੋਰ ਵੀ ਜਿਹੜੀਆਂ ਗੁਰੂ ਮਰਿਆਦਾ ਅਨੁਸਾਰ ਆਪਾਂ ਚੱਲਣਾ। ਅੱਜ ਕਿਉਂਕਿ ਸੰਗਤਾਂ ਦਾ ਇੱਕ ਵਾਰੀ ਹੁੰਦਾ ਨਾ, ਭਈ ਬਾਬਾ ਜੀ ਅਰਦਾਸ ਕਰਦੇ ਨੇ ਤੇ ਸੰਗਤਾਂ ਉਹਨਾਂ ਦੇ ਹੱਥ ਵਿੱਚ ਪੈਸੇ ਦੇਣਾ ਸ਼ੁਰੂ ਕਰ ਦਿੰਦੀਆਂ। ਤੇ ਇਹ ਜਿਹੜਾ ਲਾਈਵ ਪ੍ਰੋਗਰਾਮ ਚੱਲਿਆ ਤੁਹਾਡਾ, ਇਹ ਸਾਰਾ ਲਾਈਵ ਹੋਇਆ। ਤੇ ਗ੍ਰੰਥੀ ਸਾਹਿਬ ਨੇ ਜਦੋਂ ਅਰਦਾਸ ਕੀਤੀ ਹੈ ਨਾ, ਜੇ ਆਪਾਂ ਹੱਥ 'ਚ ਫੜਾਉਂਦੇ ਸਾਰਾ ਆ ਜਾਣਾ ਸੀ। ਤੇ ਸਾਡਾ ਜੋ ਪੰਜਾਬ ਦੇ ਵਿੱਚ ਛੱਡ ਕੇ ਸਾਰੇ ਦੂਰ ਤੱਕ ਜਾਣਾ ਹੈ, ਪੂਰੇ ਇੰਡੀਆ ਦੇ ਵਿੱਚ YouTube ਤੇ ਜਾਣਾ ਹੈ, ਜਿਹੜਾ ਕਥਾ ਹੋਈ ਹੈ ਸੰਤਾਂ ਦੀ, ਔਰ ਇਹ ਦਿਖਾਇਆ ਜਾਣਾ। ਤੇ ਜੇ ਆਪਾਂ ਗੁਰੂ ਦੇ ਉਲਟ ਜਾਂਦੇ ਪਏ, ਗੁਰੂ ਫਿਰ ਉਹ ਹੱਥ 'ਚ ਫੜਾਉਂਦੇ ਤੇ ਬਹੁਤ ਗਾੜੀ ਗੱਲ ਸੀ।
ਕਿਉਂਕਿ ਇਸੇ ਕਰਕੇ ਟੋਕਰੀ ਰੱਖ ਦਿੱਤੀ ਸੀ ਕਿ ਸੰਗਤਾਂ ਜਿਹੜੀਆਂ ਨੇ ਅਰਦਾਸ ਦੇ ਪੈਸੇ ਵੀ ਟੋਕਰੀ ਵਿੱਚ ਪਾਉਣ, ਤੇ ਅੱਗੇ ਤੋਂ ਵੀ ਧਿਆਨ ਰੱਖਿਆ ਕਰੋ ਕਿ ਜਿਹੜੇ ਅਰਦਾਸ ਦੇ ਪੈਸੇ ਨੇ ਬਾਬਾ ਜੀ ਦੇ ਹੱਥ ਤੋਂ ਹੀ ਬੁਲਾਏ ਟੋਕਰੀ ਦੇ ਵਿੱਚ ਪਾ ਦਿਓ। ਸੋ ਪਿਆਰੀ ਸਾਧ ਸੰਗਤ ਜੀ, ਇਹ ਗੁੱਸਾ ਨਹੀਂ ਕਰਨਾ, ਇਹ ਗੁਰੂ ਮਰਿਆਦਾ ਨੇ, ਸੰਤ ਜਾਣਦੇ ਨੇ ਸਾਰਾ ਕੁਝ। ਤੋਂ ਪਿਆਰੀ ਸਾਧ ਸੰਗਤ ਜੀ, ਇਹ ਜ਼ਰੂਰ ਧਿਆਨ ਰੱਖਿਓ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਤਿਲ ਫੁੱਲ ਜੋ ਵੀ ਦਿੱਤਾ, ਕਿਸੇ ਨੇ 5 ਦਿੱਤੇ, 10 ਦਿੱਤੇ, ਕਿਸੇ ਨੇ 10,000 ਦਿੱਤਾ, ਜੇ ਕਿਸੇ ਨੇ ਕੋਈ ਰਸਤਾ ਦਿੱਤੀਆਂ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਰੀ ਸੰਗਤ ਦਾ ਨਾਂ ਤਾਂ ਲੈਣ ਲੱਗੀਏ ਤੇ ਕਈਆਂ ਨੇ ਤੇ ਇੰਨਾ ਕਿਹਾ ਕਿ ਸਾਡਾ ਗੁਪਤ ਰੱਖਣਾ, ਨਾਂ ਹੀ ਨਹੀਂ ਲੈਣਾ ਵੀ ਸਾਡਾ ਅਸੀਂ ਕੁਝ ਦਿੱਤਾ, ਕਹਿੰਦੇ ਅਸੀਂ ਦੇਣ ਵਾਲੇ ਨਹੀਂ ਹੈਗੇ। ਮੇਰੇ ਕਈ ਭਰਾਵਾਂ ਨੇ ਕਿਹਾ ਵੀ ਸਾਡਾ ਨਾਂ ਨਹੀਂ ਆਉਣਾ ਚਾਹੀਦਾ, ਉਹਨਾਂ ਨੇ ਆ ਕੇ ਪਰਚੀਆਂ ਕਟਾਈਆਂ ਕਿ ਨਾਂ ਨਹੀਂ ਲਿਖਾਇਆ। ਸੋ ਪਿਆਰੀ ਸਾਧ ਸੰਗਤ ਜੀ, ਆਪਾਂ ਨਾਂ ਨਹੀਂ ਲੈਣਾ ਕਿਸੇ ਦਾ। ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਨਾਲ ਜੋ ਵੀ ਸੇਵਾ ਕੀਤੀ, ਅਸੀਂ ਤਹਿ ਦਿਲੋਂ ਧੰਨਵਾਦ ਆ ਸਾਰੀ ਸੰਗਤ ਦਾ। ਤੇ ਹੁਣ ਪਿਆਰੀ ਸਾਧ ਸੰਗਤ ਨੇ ਸਾਰਿਆਂ ਨੇ ਪ੍ਰਸ਼ਾਦ ਲੈਣਾ ਹੈ ਤੇ ਬੜੇ ਪਿਆਰ ਸਤਿਕਾਰ ਨਾਲ ਲੰਗਰ ਬਾਹਰ ਛਕਾਇਆ ਜਾਵੇਗਾ। ਸੜਕ ਦੇ ਵਿੱਚ ਤੁਹਾਡੇ ਵਾਸਤੇ ਟਾਟ ਵਿਛ ਗਏ ਨੇ, ਉੱਥੇ ਜਾ ਕੇ ਸਾਰੀ ਸੰਗਤ ਨੇ ਬੜੇ ਪਿਆਰ ਸਤਿਕਾਰ ਨਾਲ ਲੰਗਰ ਛਕ ਕੇ ਸਾਰਿਆਂ ਨੇ ਜਾਣਾ। ਧੰਨ ਗੁਰੂ ਕਲਗੀਆਂ ਵਾਲੇ ਦਾਤੇ ਦੇ ਅਵਤਾਰ ਪੁਰਬ ਦੀਆਂ ਸਾਰੀ ਸੰਗਤ ਨੂੰ ਫਿਰ ਤੋਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ।